The show is sponsored by Ashoka Tandoori Range. Enjoy the Indian taste. ਸਤਿ ਸ਼੍ਰੀ ਅਕਾਲ ਜੀ, ਮੈਂ ਰਿੰਕੂ ਚੌਧਰੀ ਤੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਖਬਰਾਂ ਦੇ ਵਿਸਤਾਰ 'ਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸਿਆਸਤ ਗਰਮਾਈ। ਭਗਵੰਤ ਮਾਨ ਨੇ ਹਰਸਿਮਰਤ ਬਾਦਲ ਅਤੇ ਮਜੀਠੀਆ ਤੇ ਕੀਤੇ ਸ਼ਬਦੀ ਵਾਰ। ਉੱਥੇ ਹੀ ਮਜੀਠੀਆ ਨੇ ਹਾਸੋਹੀਣ ਤਰੀਕੇ ਨਾਲ ਭਗਵੰਤ ਮਾਨ ਤੇ ਕੀਤੀ ਟਿੱਪਣੀ। ਤਰਨਤਾਰਨ ਦੇ ਪਿੰਡ ਮਲੀਆ ਵਿੱਚ ਮਿਲਿਆ ਬੰਬ, ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ। ਬਿਜਲੀ ਦਾ ਕਰੰਟ ਲੱਗਣ ਨਾਲ ਪਿਓ ਪੁੱਤ ਦੀ ਮੌਤ। ਬਾਰਿਸ਼ ਦੇ ਪਾਣੀ 'ਚ ਸੀ ਬਿਜਲੀ ਦਾ ਕਰੰਟ। ਅਤੇ ਪੁਲਿਸ ਥਾਣਾ ਲੋਪੋਕੇ ਨੂੰ ਮਿਲੀ ਵੱਡੀ ਕਾਮਯਾਬੀ। 4 ਨੌਜਵਾਨਾਂ ਨੂੰ 7000 ਨਸ਼ੀਲੀ ਗੋਲੀਆਂ ਸਮੇਤ ਕੀਤਾ ਕਾਬੂ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਦੀ ਸਿਆਸਤ ਵਿੱਚ ਹਰ ਰੋਜ਼ ਕੋਈ ਨਾ ਕੋਈ ਮੁੱਦਾ ਭਖਿਆ ਹੀ ਰਹਿੰਦਾ ਹੈ, ਜਿਸ ਕਾਰਨ ਸਿਆਸੀ ਲੀਡਰਾਂ ਵਿੱਚ ਜੰਮ ਕੇ ਖਹਿਬਾਜ਼ੀ ਹੁੰਦੀ ਰਹਿੰਦੀ ਹੈ। ਅਜਿਹਾ ਹੀ ਕੁਝ ਹੋਇਆ ਸੰਸਦ ਭਗਵੰਤ ਮਾਨ ਤੇ ਮਜੀਠੀਆ ਵਿਚਕਾਰ। ਦੇਖੋ ਇਹ ਖਾਸ ਰਿਪੋਰਟ। ਪੰਜਾਬ ਦੇ ਸਿਆਸੀ ਗਲਿਆਰੇ 'ਚ ਆਏ ਦਿਨ ਕਿਸੇ ਨਾ ਕਿਸੇ ਪੱਖ ਦੇ ਮੁੱਦੇ ਨੂੰ ਲੈ ਕੇ ਨੇਤਾ ਆਮੋ ਸਾਹਮਣੇ ਹੁੰਦੇ ਰਹਿੰਦੇ ਨੇ। ਇਸ ਤਰ੍ਹਾਂ ਹੀ ਅੱਜ ਕੱਲ੍ਹ ਨਵੀਆਂ ਪਾਰਟੀਆਂ ਬਣਨ ਦਾ ਦੌਰ ਵੀ ਚੱਲ ਰਿਹਾ ਹੈ। ਜਿੱਥੇ ਅਕਾਲੀ ਦਲ ਪਾਰਟੀ 'ਚ ਕਈ ਪਰਿਵਾਰ ਸ਼ਾਮਲ ਹੋ ਰਹੇ ਨੇ, ਉੱਥੇ ਹੀ ਪਾਰਟੀ ਦੇ ਚੋਟੀ ਦੇ ਲੀਡਰ ਅਕਾਲੀ ਦਲ ਨੂੰ ਹਰਾਉਣ ਦੇ ਲਈ ਵੱਖਰੀਆਂ ਪਾਰਟੀਆਂ ਖੜੀਆਂ ਕਰ ਰਹੇ ਨੇ। ਇਸ ਤਰ੍ਹਾਂ ਕਿਸੇ ਸਮੇਂ ਸੰਗਰੂਰ ਹਲਕੇ ਤੋਂ ਕਈ ਵਾਰ ਜਿੱਤ ਦਰਜ ਕਰ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਤੱਕ ਦਾ ਸਫ਼ਰ ਰੁਕਵਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਪਿਛਲੇ ਦਿਨੀ ਨਵੀਂ ਪਾਰਟੀ ਦਾ ਆਗਾਜ਼ ਕੀਤਾ, ਜਿਸ ਨੂੰ ਲੈ ਕੇ ਹੁਣ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ, ਜਿਸ ਦੇ ਲਈ ਸਿਆਸੀ ਲੀਡਰ ਖੂਬ ਬਿਆਨਬਾਜ਼ੀ ਰਾਹੀਂ ਅਕਾਲੀ ਲੀਡਰਾਂ ਤੇ ਧੱਜ ਕੱਸ ਰਹੇ ਨੇ। ਅਜਿਹਾ ਹੀ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸੀਨੀਅਰ ਅਕਾਲੀ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਵਿਰੋਧ 'ਚ ਕੋਈ ਬਿਆਨ ਨਹੀਂ ਦਿੱਤਾ ਗਿਆ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਤਿੱਖੀ ਬਿਆਨਬਾਜ਼ੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਨਾਂ ਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਪਾਰਟੀ ਅਕਾਲੀ ਦਲ ਬਾਦਲ ਦੀ ਚੌਖੀ ਚਾਲ ਹੈ। ਜਦੋਂ ਦੀ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਬਣਾਈ ਹੈ, ਉਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਰੱਖ ਕੇ ਕਿਹਾ ਹੈ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਸੀਂ ਬਣਾਇਆ ਉਹ ਹੈ, ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਉਹ ਬਾਦਲ ਧੜਾ ਹੈ। ਪਰ ਹਰ ਗੱਲ ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਬਿਕਰਮਜੀਤ ਮਜੀਠੀਆ ਅਤੇ ਉਹਨਾਂ ਦੀ ਭੈਣ ਹਰਸਿਮਰਤ ਕੌਰ ਵੱਲੋਂ ਇੱਕ ਵੀ ਲਫ਼ਜ਼ ਨਾ ਬੋਲਣਾ ਢੀਂਡਸਾ ਦੀ ਪਾਰਟੀ ਦੇ ਵਿਰੁੱਧ ਜਾਂ ਪਾਰਟੀ ਬਣਾਉਣ ਦਾ ਜੋ ਉਹਨਾਂ ਨੇ ਕੀਤਾ ਪ੍ਰੋਸੈਸ, ਉਹਦੇ ਵਿਰੁੱਧ ਨਾ ਬੋਲਣਾ, ਇਹ ਬਹੁਤ ਵੱਡੇ ਸਵਾਲ ਪੈਦਾ ਕਰਦਾ। ਹੁਣ ਮਜੀਠੀਆ ਦੀ ਚੁੱਪ ਤੇ ਹਰਸਿਮਰਤ ਕੌਰ ਦੀ ਚੁੱਪ ਜਿਹੜੀ ਹੈ ਉਹ ਕਿਤੇ ਨਾ ਕਿਤੇ ਅੱਧੀ ਹਮਾਇਤ ਹੈ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਪਾਰਟੀ ਦੀ। ਤੋਂ ਕਿਤੇ ਨਾ ਕਿਤੇ ਮਜੀਠੀਆ ਪਰਿਵਾਰ ਜਿਹੜਾ ਹੈ ਉਹ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਨੂੰ ਅਸਲੀ ਅਕਾਲੀ ਦਲ ਮੰਨਣ ਦੇ ਰੌਂਅ 'ਚ ਹੈ, ਜਾਂ ਫਿਰ ਇਹ ਕਹਿ ਲਓ ਕਿ ਇਹ ਸੰਕਟ ਦੇ ਮੌਕੇ ਸੁਖਬੀਰ ਬਾਦਲ ਨੂੰ ਇਕੱਲਾ ਛੱਡ ਦਿੱਤਾ ਗਿਆ। ਮਜੀਠੀਆ ਪਰਿਵਾਰ ਜਿਹੜਾ ਹੈ ਉਹ ਉਹਨਾਂ ਦੇ ਨਾਲ ਨਹੀਂ ਹੈਗਾ। ਸਾਹਿਬ ਬਿਕਰਮਜੀਤ ਮਜੀਠਾ ਤੇ ਉਹਨਾਂ ਦੀ ਸੁਖਬੀਰ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਦਾ ਕੋਈ ਵੀ ਬਿਆਨ ਨਾ ਆਉਣਾ, ਕੁਝ ਵੀ ਨਾ ਬੋਲਣਾ, ਅਸਲ 'ਚ ਅੱਧੀ ਹਮਾਇਤ ਹੀ ਹੈ। ਤੇ ਮੇਰੇ ਕੁਝ ਭਰੋਸੇਯੋਗ ਸੂਤਰ ਜਿਹੜੇ ਨੇ ਉਹ ਇਹ ਵੀ ਦੱਸ ਰਹੇ ਨੇ ਕਿ ਮਾਝੇ ਦੇ ਅਕਾਲੀ ਦਲ ਬਾਦਲ ਦੇ ਵੱਡੇ ਲੀਡਰਾਂ ਨਾਲ ਮਜੀਠਾ ਸਾਹਿਬ ਸੰਪਰਕ ਕਰਕੇ ਉਹਨਾਂ ਨੂੰ ਢੀਂਡਸਾ ਸਾਹਿਬ ਦੀ ਪਾਰਟੀ ਵੱਲ ਜਾਣ ਦੀ ਪ੍ਰੇਰਨਾ ਦੇ ਰਹੇ ਨੇ। ਅਸੀਂ ਆਮ ਹੀ ਦੇਖਦੇ ਹਾਂ ਕਿ ਸਿਆਸੀ ਲੀਡਰ ਆਪਣੇ ਤੇ ਉੱਠ ਰਹੇ ਸਵਾਲ ਆਪਣੇ ਅੰਦਾਜ਼ 'ਚ ਹੀ ਜਵਾਬ ਦਿੰਦੇ ਹਨ। ਅਜਿਹੇ 'ਚ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਜੀਠਾ ਤੋਂ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਨੇ ਭਗਵੰਤ ਮਾਨ ਵੱਲੋਂ ਕੀਤੇ ਸਵਾਲਾਂ ਦਾ ਜਵਾਬ ਹਾਸੋਹੀਣ ਤਰੀਕੇ ਨਾਲ ਦਿੱਤਾ। ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜਦੋਂ ਵੀ ਕੋਈ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦੇਵੇ ਤਾਂ ਪਹਿਲਾਂ ਉਸ ਤੇ ਟੈਸਟ ਕਰ ਲਿਆ ਕਰੋ ਕਿ ਕੋਈ ਨਸ਼ਾ ਤਾਂ ਨਹੀਂ ਕੀਤਾ ਉਸਨੇ। ਉਹਨਾਂ ਕਿਹਾ ਕਿ ਸੋਫੀ ਰਹਿ ਕੇ ਉਹਨਾਂ ਤੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਤੁਸੀਂ ਆਪ ਭਗਵੰਤ ਮਾਨ ਜੀ ਨੂੰ ਸਵਾਲ ਕੀਤਾ ਕਿ ਕਿੱਥੋਂ ਤੁਸੀਂ ਆਪ ਕੀਤਾ ਕਿ ਕਿਹਨਾਂ ਨੇ ਕੀਤਾ? ਨਹੀਂ ਉਹ ਨਹੀਂ ਕਿਸੇ ਨੇ ਪਰਸਨਲੀ ਕੀਤਾ ਕਿ ਦੂਰੋਂ? ਫਿਰ ਪਤਾ ਨਹੀਂ ਨਾ ਤੁਹਾਨੂੰ, ਪਹਿਲਾਂ ਤਾਂ ਉਹਦਾ ਵੀ ਟੈਸਟ ਕਰਨਾ ਪੈਂਦਾ, ਉਹ ਜਿਹੜਾ ਫੂਕ ਮਾਰ ਕੇ ਜਿਹੜਾ ਹੁੰਦਾ ਉਹ ਕੀ ਟੈਸਟ ਕਹਿੰਦੇ ਉਹਨੂੰ,
ਕਿ ਜੀ ਜਿਹੜਾ ਸੋਫੀ ਆ ਕਿ ਨਹੀਂ ਆ, ਪਹਿਲਾਂ ਉਹ ਟੈਸਟ ਕਰੋ, ਫਿਰ ਮੈਂ ਉਹਦੀ ਗੱਲ ਦਾ ਜਵਾਬ ਦਊਂ। ਐ ਤਾਂ ਮੈਂ ਕੇਜਰੀਵਾਲ ਸਾਹਿਬ ਖਿਲਾਫ ਵੀ ਕੁਛ ਨਹੀਂ ਬੋਲਦਾ ਤੇ ਫਿਰ ਮੇਰੀ ਉਹਦੇ ਨਾਲ ਕੀ ਸਾਂਠ ਗਾਠ ਇਹਨੂੰ ਪਤਾ। ਇਸ ਲਈ ਉਹ ਨਾ ਮੇਰਾ ਫਿਕਰ ਕਰੋ, ਬਾਲਾ ਉਹਦਾ ਦਿਲ ਨੂੰ ਵੀ ਨਾ ਲਾਇਆ ਕਰੋ। ਉਹਨੇ ਇਹੀ ਦੱਸਣਾ ਸੀ ਕਿ ਮੈਂ ਮੁੜਿਆ ਆ, ਮੇਰੀ ਲੱਥ ਗਈ ਆ, ਹੁਣ ਮੈਨੂੰ ਸਵਾਲ ਕਰ ਲਓ, ਤੁਹਾਨੂੰ ਦੱਸਣਾ ਸੀ, ਹੋਰ ਕੋਈ ਕਾਰਨ ਨਹੀਂ। ਇਸ ਲਈ ਡੋਂਟ ਟੇਕ ਹਿਮ ਟੂ ਸੀਰੀਅਸਲੀ, ਹਿਜ਼ ਓਨ ਫੈਮਿਲੀ ਡਜ਼ਨਟ। ਸਿਆਸੀ ਖੇਤਰ 'ਚ ਅੱਜ ਕੱਲ੍ਹ ਬਿਆਨਬਾਜ਼ੀ ਦਾ ਪੂਰਾ ਜ਼ੋਰ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਕੋਈ ਪਾਰਟੀ ਪੰਜਾਬ ਦਾ ਵਿਕਾਸ ਕੰਮ ਕਾਰਜ ਕਰੂਗੀ ਜਾਂ ਨਹੀਂ। ਨਿਊਜ਼ ਡੈਸਕ ਤੋਂ ਸਤਨਾਮ ਸਿੰਘ, ਬਠੋਈ ਦੀ ਰਿਪੋਰਟ। ਤਰਨਤਾਰਨ ਦੇ ਪਿੰਡ ਮਲੀਆ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ, ਇੱਥੇ ਪਿੰਡ ਦੇ ਛੱਪੜ ਦੀ ਖੁਦਾਈ ਦੌਰਾਨ ਇੱਕ ਬੰਬ ਜਿਹਾ ਨਮੂਨਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ। ਦੱਸ ਦਈਏ ਕਿ ਛੱਪੜ ਦੀ ਖੁਦਾਈ ਮਨਰੇਗਾ ਵਾਲੇ ਕਰ ਰਹੇ ਸੀ। ਉੱਥੇ ਹੀ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲਦੇ ਹੀ ਡੀਐਸਪੀ ਸੁੱਚਾ ਸਿੰਘ ਬਲ ਸਮੇਤ ਪੁਲਿਸ ਪਾਰਟੀ ਸਪੋਰਟ ਤੇ ਪਹੁੰਚੇ ਤੇ ਇਸ ਬੰਬ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਇਸ ਸੰਬੰਧੀ ਡੀਐਸਪੀ ਸੁੱਚਾ ਸਿੰਘ ਬਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਤੋਂ ਬੰਬ ਦੀ ਜਾਂਚ ਕਰਨ ਵਾਲੀ ਟੀਮ ਨੂੰ ਬੁਲਾਇਆ ਗਿਆ ਅਤੇ ਬੰਬ ਦੀ ਜਾਂਚ ਕੀਤੀ ਜਾ ਰਹੀ ਹੈ। ਮਲੀਆ ਪਿੰਡ ਦੇ ਅੱਜ ਖੁਦਾਈ ਕਰ ਰਹੇ ਛੱਪੜ ਦੀ ਨਰੇਗਾ ਸਕੀਮ ਵਾਲੇ ਜਿਹੜੇ ਮਜ਼ਦੂਰ ਆ ਉਹ ਖੁਦਾਈ ਕਰਦੇ ਜਦੋਂ ਮਿੱਟੀ ਪੁੱਟ ਰਹੇ ਵਿੱਚੋਂ ਉਹਦੇ ਵਿੱਚ ਇੱਕ ਪੁਰਾਣਾ ਬੰਬ ਸ਼ੈੱਲ ਮਿਲਿਆ, ਜਿਹੜਾ ਸ਼ਾਇਦ ਚੱਲਿਆ ਹੋਇਆ। ਬਾਕੀ ਸਾਡੇ ਐਕਸਪਰਟ ਜਿਹੜੇ ਬੰਬ ਡਿਸਪੋਜ਼ਲ ਸਕੁਐਡ ਦੇ ਹੈਗੇ ਉਹ ਆ ਰਹੇ ਆ, ਉਹ ਇਹਦੇ ਬਾਰੇ ਕਲੈਰਿਟੀ ਕਰਨਗੇ ਜ਼ਿਆਦਾ। ਕਿੰਨੇ ਬੰਬ? ਨਹੀਂ, ਓਨਲੀ ਵਨ, ਇੱਕ ਹੀ ਆ, ਇੱਕ ਬੰਬ ਸ਼ੈੱਲ ਹੈ ਚੱਲਿਆ ਹੋਇਆ, ਪਰ ਫਿਰ ਵੀ ਇਹਦੀ ਜਿਹੜੀ ਮੇਨ ਬੇਸਿਕ ਚੀਜ਼ ਹੈ, ਜਿਹੜੀ ਸਾਡੀ ਸਪੈਸ਼ਲਿਸਟ ਟੀਮ ਬੰਬ ਸ਼ੈੱਲ ਬੰਬ ਡਿਸਪੋਜ਼ਲ ਟੀਮ ਆ, ਉਹ ਆਊਗੀ, ਉਹ ਵੇਖ ਲੈਂਦੀ ਹੈ। ਫਿਰ ਹਾਲੇ ਅਸੀਂ ਇਹਨੂੰ ਆਲੇ ਦੁਆਲੇ ਤੋਂ ਮਿੱਟੀ ਲਾ ਕੇ ਕਵਰ ਕਰ ਦਿੱਤਾ। ਜਲੰਧਰ ਦੇ ਪੀਰ ਬੋਟਲਾ ਬਾਜ਼ਾਰ ਵਿੱਚ ਉਸ ਵੇਲੇ ਮਾਤਮ ਛਾ ਗਿਆ ਜਦੋਂ ਬੀਤੇ ਦਿਨੀ ਤੇਜ਼ ਬਾਰਿਸ਼ ਦੌਰਾਨ ਬਿਜਲੀ ਦਾ ਕਰੰਟ ਪਾਣੀ ਵਿੱਚ ਹੋਣ ਕਾਰਨ ਗਲੀ ਵਿੱਚੋਂ ਲੰਘ ਰਹੇ ਪਿਤਾ ਅਤੇ ਬੇਟੇ ਦੀ ਮੌਤ ਹੋ ਗਈ। ਦੱਸ ਦਈਏ ਕਿ ਦੋਵੇਂ ਪਿਤਾ ਅਤੇ ਪੁੱਤਰ ਆਪਣੀ ਦੁਕਾਨ ਤੋਂ ਘਰ ਪਰਤ ਰਹੇ ਸਨ ਅਤੇ ਪੀਰ ਬੋਟਲਾ ਬਾਜ਼ਾਰ ਵਿਖੇ ਮੀਂਹ ਦੇ ਪਾਣੀ ਵਿੱਚੋਂ ਲੰਘਦਿਆਂ ਉਹਨਾਂ ਨੂੰ ਕਰੰਟ ਲੱਗਿਆ ਤੇ ਦੋਵਾਂ ਦੀ ਮੌਤ ਹੋ ਗਈ। ਪੇਸ਼ ਰਿਪੋਰਟ। ਇਹ ਬਾਰਿਸ਼ ਇਸ ਵਾਰ ਕਈ ਥਾਵਾਂ ਤੇ ਕਹਿਰ ਬਣ ਕੇ ਵਰਸ ਰਹੀ ਹੈ। ਕਿਤੇ ਹੜ੍ਹ ਤੇ ਕਿਤੇ ਬਿਜਲੀ ਡਿੱਗ ਰਹੀ ਹੈ ਅਤੇ ਕਿਤੇ ਸੂਖਾ ਪੈ ਰਿਹਾ ਤੇ ਕਿਤੇ ਬਿਜਲੀ ਦਾ ਕਰੰਟ ਕਹਿਰ ਬਣ ਕੇ ਜਾਨ ਲੈ ਰਿਹਾ ਹੈ। ਤਾਜ਼ਾ ਮਾਮਲਾ ਜਲੰਧਰ ਦੇ ਪੀਰ ਬੋਟਲਾ ਬਾਜ਼ਾਰ ਦਾ ਹੈ, ਜਿੱਥੇ ਇੱਕ ਪਿਓ ਪੁੱਤ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਚਸ਼ਮਦੀਦ ਪਾਰਸ ਨੇ ਦੱਸਿਆ ਕਿ ਉਹ ਘਰੋਂ ਰਾਸ਼ਨ ਸਮੱਗਰੀ ਲੈਣ ਜਾ ਰਹੇ ਸਨ। ਉਸ ਵੇਲੇ ਗਲੀ ਵਿੱਚ ਪਾਣੀ ਖੜਿਆ ਸੀ। ਜਦੋਂ ਦੋਵਾਂ ਨੂੰ ਗਲੀ ਵਿੱਚ ਭਰੇ ਹੋਏ ਪਾਣੀ ਵਿੱਚ ਡਿੱਗੇ ਹੋਏ ਦੇਖਿਆ ਤਾਂ ਦੋਵੇਂ ਪਿਤਾ ਅਤੇ ਪੁੱਤਰ ਨੂੰ ਸਿਵਲ ਹਸਪਤਾਲ ਲੈ ਗਏ, ਪਰ ਉਦੋਂ ਤੱਕ ਉਹਨਾਂ ਦੀ ਮੌਤ ਹੋ ਗਈ ਸੀ। ਆਪਾਂ ਘਰੋਂ ਰਾਸ਼ਨ ਲੈਣ ਨਿਕਲੇ ਸੀਗੇ ਤੇ ਜਾ ਰਹੇ ਅਚਾਨਕ ਹੀ ਡਿੱਗ ਗਏ ਪਾਣੀ ਵਿੱਚ। ਸਾਨੂੰ ਨਹੀਂ ਪਤਾ ਪਾਣੀ 'ਚ ਕਰੰਟ ਸੀਗਾ ਤੇ ਮੈਂ ਜਦੋਂ ਪੈਰ ਰੱਖਿਆ ਮੈਨੂੰ ਕਰੰਟ ਪਿਆ। ਮੇਰੇ ਨਾਲ ਦੋ ਮੁੰਡੇ ਸੀਗੇ ਤੇ ਉਹਨਾਂ ਨੇ ਨਾਲ ਡੰਡਾ ਕਰਕੇ ਨਾਲ ਸਾਈਡ ਤੇ ਕੀਤਾ। ਫਿਰ ਆਪਾਂ ਇਹਨਾਂ ਨੂੰ ਸਿਵਲ 'ਚ ਲੈ ਆਏ। ਉਹਦੇ ਤੇ ਲੱਗੇ ਤੇ ਆਣੀ ਪੁੱਛਿਆ ਸੀ, ਕਹਿੰਦੇ ਸੈੱਟ ਹੋ ਗਈ। ਦੋਨੋਂ ਕੌਣ ਦੋ ਫਾਦਰ ਹੈ ਤੇ ਇੱਕ ਉਹਨਾਂ ਦਾ ਲੜਕਾ ਹੈ ਜੀ। ਇਹ ਦੋਨੋਂ ਫਾਦਰ ਸਨ? ਹਾਂਜੀ, ਫਾਦਰ ਉਹਨਾਂ ਦੇ। ਤੇ ਤੁਸੀਂ ਪੁਲਿਸ ਕੰਪਲੇਂਟ ਕੀਤੀ? ਕੋਈ ਪੁਲਿਸ ਵਗੈਰਾ ਆਈ? ਨਹੀਂ ਜੀ, ਆਪਾਂ ਆਪ ਉਹਨਾਂ ਨੂੰ ਇੱਥੇ ਆਣ ਕੀਤਾ। ਉਹ ਹਸਪਤਾਲ ਦੇ ਕਰ ਦਾਂਗੇ ਆਪਾਂ। ਠੀਕ ਆ, ਆਪਾਂ ਵੀ ਜਾਣਾ ਸੀਗਾ, ਕੰਮ ਤੋਂ ਛੁੱਟੀ ਹੋਈ ਸੀ। ਉੱਥੇ ਹੀ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ 3 ਤੋਂ 4 ਮੁੰਡੇ ਪਿਤਾ ਅਤੇ ਪੁੱਤਰ ਦੋਵਾਂ ਨੂੰ ਲੈ ਕੇ ਆਏ ਸਨ, ਜਿਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਸਾਡੇ ਕੋਲ ਦੋ ਮੇਲ ਪੇਸ਼ੈਂਟ ਆਏ ਨੇ। ਇੱਕ ਬੱਚਾ ਹੈ 12 ਸਾਲ ਦਾ ਵਾ, ਇੱਕ ਬੰਦਾ 15 ਸਾਲ ਦਾ। ਠੀਕ ਹੈ, ਇਹ ਫਰੀਦਕੋਟ ਜਗ੍ਹਾ ਨੇ ਸੰਤੋਸ਼ੀ ਰੇਮਨ ਦੇ ਲਾਗੇ। ਉੱਥੇ ਕਹਿੰਦੇ ਦੋ ਮੁੰਡੇ ਲੈ ਗਏ 3-4, ਕਹਿੰਦੇ ਉੱਥੇ ਪਾਣੀ 'ਚ ਤਾਰ ਲੱਗੀ, ਇਲੈਕਟ੍ਰਿਕ ਸ਼ੌਕ ਕਰਕੇ ਇਹਨੂੰ ਐਕਸਪਾਇਰ ਹੋ ਗਿਆ। ਆਪਾਂ ਚੈੱਕ ਕੀਤਾ, ਪੇਸ਼ੈਂਟ ਨਹੀਂ ਸੀਗੇ। ਤੇ ਘਰ ਦਾ ਪਤਾ ਲੱਗਾ ਸਰ? ਨਹੀਂ, ਹਜੇ ਘਰ ਦਾ ਕੋਈ ਪਤਾ ਨਹੀਂ ਹੈ। ਤੇ ਦੋਨੋਂ ਡੈਡ ਹਨ? ਹਾਂਜੀ, ਡੈਡ। ਤੇ ਪੁਲਿਸ ਕੰਪਲੇਂਟ ਲਿਖਾ ਦਿਓ? ਪੁਲਿਸ ਵਗੈਰਾ? ਹਾਂਜੀ, ਬਸ ਸਿੱਟਾਂ ਲੱਗਿਆ ਮੋਰਚੇ 'ਚ, ਕੱਲ੍ਹ ਨੂੰ ਨਿਕਾਲ। ਉੱਥੇ ਇਸ ਮੌਕੇ ਤੇ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਦੱਸਿਆ ਗਿਆ ਸੀ ਪੀਰ ਬੋਟਲਾ ਮਾਰਕੀਟ ਵਿੱਚ ਹਨੇਰਾ ਤੇ ਮੀਂਹ ਪੈਣ ਕਾਰਨ ਗਲੀ ਵਿੱਚ ਬਿਜਲੀ ਦੀਆਂ ਤਾਰਾਂ ਡਿੱਗ ਗਈਆਂ, ਜਿਸ ਵਿੱਚ ਕਰੰਟ ਆ ਰਿਹਾ ਸੀ। 40 ਸਾਲਾ ਗੁਲਸ਼ਨ ਅਤੇ ਉਸ ਦੇ 12 ਤੋਂ 13 ਸਾਲ ਦੇ ਬੇਟੇ ਦੀ ਕਰੰਟ ਕਾਰਨ ਮੌਤ ਹੋ ਗਈ ਹੈ। ਫਿਲਹਾਲ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾਵੇਗੀ। ਸਾਨੂੰ ਨਾ ਇੱਕ ਇਨਫੋਰਮੇਸ਼ਨ ਆਈ ਸੀਗੀ ਪੀਰ ਬੋਟਲਾ ਬਾਜ਼ਾਰ ਦੇ ਵਿੱਚ ਦੋ ਬੰਦੇ ਜਿਹੜੇ ਕਿ ਉੱਥੇ ਡਿੱਗੇ ਪਏ ਨੇ, ਔਰ ਇਹ ਸਾਰਾ ਜਿਹੜਾ ਇਨਸੀਡੈਂਟ ਹੋਇਆ ਸੀ ਹਨੇਰੀ ਕਾਰਨ ਜਿਹੜੀ ਵਾਇਰ ਟੁੱਟ ਕੇ ਉਹਨਾਂ ਨੂੰ ਕਰੰਟ ਲੱਗਿਆ, ਜਿਹਦੇ ਕਾਰਨ ਮੌਕੇ 'ਤੇ ਡੈਡ ਹੋ ਗਏ ਸੀ। ਮੈਮ ਕੌਣ ਸੀ, ਕੀ ਨਾਮ ਹੈ, ਕਿੱਥੇ ਰਹਿਣ ਵਾਲੇ ਆ? ਇੱਕ ਹੈ ਸਰ ਗੁਲਸ਼ਨ ਕੁਮਾਰ ਹੈ, ਜਿਨ੍ਹਾਂ ਦੀ ਉਮਰ 44 ਸਾਲ ਹੈ, ਤੇ ਇੱਕ ਇਹਨਾਂ ਦਾ ਬੇਟਾ ਮਨ ਅਰੋੜਾ, ਜਿਨ੍ਹਾਂ ਦੀ ਉਮਰ 12-13 ਸਾਲ ਦੇ ਤਕਰੀਬਨ ਦੱਸੀ ਜਾਂਦੀ ਹੈ। ਕੀ ਕੰਮ ਕੀ ਕਰਦਾ ਗੁਲਸ਼ਨ ਕੁਮਾਰ? ਇਹ ਸਰ ਫੋਟੋ ਲੈਮੀਨੇਸ਼ਨ ਦਾ ਕੰਮ ਕਰਦਾ ਤੇ ਪੱਕਾ ਬਾਗ ਦੇ ਵਿੱਚ ਇਹਨਾਂ ਦੀ ਆਪਣੀ ਇੱਕ ਸ਼ਾਪ। ਤੇ ਕਿੱਥੇ ਜਾ ਰਹੇ ਸੀਗੇ? ਇਹ ਆਪਣੀ ਸ਼ਾਪ ਕਲੋਜ਼ ਕਰਕੇ ਆਪਣੇ ਘਰ ਜਾ ਰਹੇ ਸੀਗੇ। ਤੇ ਮੈਂ ਮੌਕੇ ਤੇ ਗਏ ਕਿ ਪਤਾ ਲੱਗਾ ਕਿੱਥੋਂ ਲੈ ਕਦੋਂ ਕੌਣ ਲੈ ਕੇ ਆਇਆ ਇੱਥੇ? ਇਨਫੋ ਦੇਖੋ ਮੌਕੇ ਤੇ ਗਏ ਸੀ, ਲੇਕਿਨ ਜਿਹੜੇ ਪਬਲਿਕ ਪਰਸਨ ਸੀ ਜਿਨ੍ਹਾਂ ਨੇ ਇਹਨਾਂ ਨੂੰ ਇੱਥੋਂ ਚੱਕ ਕੇ ਹਸਪੀਟਲ ਇਹਨਾਂ ਨੂੰ ਪਹੁੰਚਾਇਆ, ਉਸ ਤੋਂ ਬਾਅਦ ਮੌਕੇ 'ਤੇ ਇਹਨਾਂ ਦੀ ਫੈਮਿਲੀ ਜਿਹੜੀ ਆ ਗਈ ਸੀ ਜੀ। ਤੇ ਮੈਂ ਉਹਨਾਂ ਦੇ ਘਰਦਿਆਂ ਨੂੰ ਕੀ ਕਾਰਵਾਈ? ਫਿਲਹਾਲ ਤੇ ਘਰਦਿਆਂ ਨੇ ਇੱਕ ਵਾਰੀ ਬਿਆਨ ਨਹੀਂ ਦਿੱਤੇ। ਜਿੱਦਾਂ ਹੀ ਉਹ ਆਪਣੇ ਬਿਆਨ ਵਗੈਰਾ ਦੇਣਗੇ, ਜੋ ਅਗਲਾ ਆਪਣੀ ਕਾਰਵਾਈ ਆ ਉਹ ਕੀਤੀ ਜਾਊ।
ਇਸ ਹਾਦਸੇ ਕਾਰਨ ਇੱਕ ਪਰਿਵਾਰ ਦੇ 2 ਵਿਅਕਤੀ ਆਪਣੀ ਜਾਨ ਗਵਾ ਬੈਠੇ। ਕਿਤੇ ਬਿਜਲੀ ਵਿਭਾਗ ਦੀ ਲਾਪਰਵਾਹੀ ਇਸ ਹਾਦਸੇ ਦਾ ਕਾਰਨ ਬਣਦੀ ਜਾ ਰਹੀ ਹੈ। ਹੁਣ ਅੱਗੇ ਬਿਜਲੀ ਵਿਭਾਗ ਤੇ ਕੀ ਕਾਰਵਾਈ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪੁਲਿਸ ਥਾਣਾ ਲੋਪੋਕੇ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਟੀਮ ਵੱਲੋਂ ਇੱਕ ਵਿਸ਼ੇਸ਼ ਨਾਕਾਬੰਦੀ ਦੌਰਾਨ ਛੋਟੇ ਹਾਥੀ ਤੇ ਆ ਰਹੇ 4 ਨੌਜਵਾਨਾਂ ਨੂੰ ਤਲਾਸ਼ੀ ਦੌਰਾਨ 7000 ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਜੀ ਹਾਂ, ਇਸ ਸੰਬੰਧੀ ਡੀਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਇੱਕ ਛੋਟਾ ਹਾਥੀ ਆ ਰਿਹਾ ਸੀ, ਜਿਸ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ 2 ਨੌਜਵਾਨਾਂ ਕੋਲੋਂ 3000 ਨਸ਼ੀਲੀ ਗੋਲੀਆਂ ਤੇ 2 ਕੋਲੋਂ 500 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਨੇ, ਜਿਨ੍ਹਾਂ ਉੱਪਰ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੱਲ ਥਾਣਾ ਲੋਪੋਕੇ ਦੇ ਵਿੱਚ ਇੱਕ ਐਫਆਈਆਰ ਰਜਿਸਟਰ ਕੀਤੀ ਗਈ ਹੈ। ਐਫਆਈਆਰ ਨੰਬਰ ਹੈਗੀ 153 ਡੇਟਡ 9/7/2020। ਇਹਦੇ ਵਿੱਚ ਐਨਡੀਪੀਐਸ ਦੇ ਤਹਿਤ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਉਹਨਾਂ ਦੀ ਬਰਾਮਦਗੀ ਕੀਤੀ ਗਈ ਹੈ। 4 ਅਕਿਊਜ਼ ਨੇ। ਇਹ ਜਿਹੜਾ ਇੱਕ ਨਾਕਾ ਸੀਗਾ ਸਾਡਾ ਰੂਟੀਨ ਦੇ ਵਿੱਚ ਸ਼ਾਮ ਨੂੰ ਨਾਕੇ ਲਾਏ ਜਾਂਦੇ ਨੇ ਤੇ ਉਹਦੇ ਵਿੱਚ ਪਿੰਡ ਕੱਕੜ ਤੋਂ ਪਿੰਡ ਰਾਏ ਮਾਤਾ ਕੌੜੀ ਮੰਦਿਰ ਦੇ ਲਾਗੇ ਇੱਕ ਨਾਕਾ ਲਗਾਇਆ ਗਿਆ ਸੀਗਾ ਇੰਚਾਰਜ ਕੱਕੜ ਏਐਸਆਈ ਰਾਜਪਾਲ ਵੱਲੋਂ। ਉੱਥੇ ਇੱਕ ਛੋਟਾ ਹਾਥੀ ਉਹਨਾਂ ਵੱਲੋਂ ਜੋ ਘੇਰਿਆ ਗਿਆ, ਸ਼ਾਮ ਦਾ ਟਾਈਮ ਸੀਗਾ, ਉਹਦੇ ਵਿੱਚ ਮੁੰਡੇ ਬੈਠੇ ਹੋਏ ਸੀਗੇ, ਉਹਨਾਂ ਨੇ ਘੇਰ ਕੇ ਚੈਕਿੰਗ ਕੀਤੀ ਤੇ ਜਦੋਂ ਚੈਕਿੰਗ ਕਰ ਰਹੇ ਸੀ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਕੋਈ ਉਹਨਾਂ ਕੋਲ ਨਸ਼ੀਲਾ ਪਦਾਰਥ ਹੋ ਸਕਦਾ। ਉਸੇ ਟਾਈਮ ਉਹਨਾਂ ਨੇ ਹਦਾਇਤਾਂ ਦੀ ਕਰਦੇ ਹੋਏ ਪਾਲਣਾ ਕਰਦੇ ਹੋਏ ਐਸਐਚਓ ਸਾਹਿਬਾਨ ਨੂੰ ਉੱਥੇ ਮੌਕੇ 'ਤੇ ਸੱਦਿਆ। ਐਸਐਚਓ ਸਾਹਿਬਾਨ ਨੇ ਫਿਰ ਮੈਨੂੰ ਮੌਕੇ 'ਤੇ ਸੱਦਿਆ। ਜਾ ਕੇ ਜਦੋਂ ਉਹ 4 ਬੰਦਿਆਂ ਦੀ ਤਲਾਸ਼ੀ ਲਈ ਗਈ, ਸੈਪਰੇਟਲੀ ਉਹਨਾਂ ਦੀ ਤਲਾਸ਼ੀ ਲਈ ਗਈ ਤੇ ਉਹਨਾਂ ਵਿੱਚ ਜਿਹੜੇ 4 ਲੜਕੇ ਸੀਗੇ ਉਹਨਾਂ ਕੋਲੋਂ ਨਸ਼ੀਲੀ ਗੋਲੀਆਂ ਦੀ ਬਰਾਮਦਗੀ ਹੋਈ ਹੈ। ਉਹਨਾਂ ਵਿੱਚ 2 ਜਣੇ ਜਿਹੜੇ ਨੇ ਕੁਲਵਿੰਦਰ ਸਿੰਘ ਪੁੱਤਰ ਹਰਿੰਦਰ ਸਿੰਘ, ਇਹ ਪਿੰਡ ਭਿੱਟੇ ਵੱਢਦੇ ਨੇ, ਤੇ ਸ਼ਰਨਜੀਤ ਪੁੱਤਰ ਦਿਲਬਾਗ ਸਿੰਘ, ਇਹ ਪਿੰਡ ਕੋਹਾਲੀ ਦੇ ਨੇ। ਇਹਨਾਂ ਕੋਲ 3000 ਗੋਲੀਆਂ ਜਿਹੜੀਆਂ ਇਹਨਾਂ ਨੇ ਆਪਣੇ ਪਰਨੇ ਦੇ ਵਿੱਚ ਲੱਕ ਨਾਲ ਬੰਨੀਆਂ ਹੋਈਆਂ ਸੀਗੀਆਂ, ਪੱਤੇ ਸੀਗੇ ਇਹਨਾਂ ਕੋਲ। ਨਾਲ ਜੁਗਰਾਜ ਸਿੰਘ ਇੱਕ ਜੁਗਰਾਜ ਸਿੰਘ ਲੜਕਾ ਪਿੰਡ ਰਾਏ ਦਾ ਤੇ ਦੂਸਰਾ ਜੁਗਰਾਜ ਸਿੰਘ ਲੜਕਾ ਪਿੰਡ ਬਰਾੜਾ ਦਾ। ਇਹਨਾਂ ਕੋਲ 500 ਗੋਲੀਆਂ ਦੇ ਅੱਗੇ ਬੈਠੇ ਚਲਾ ਰਹੇ ਸੀਗੇ। ਇਹਨਾਂ ਕੋਲ ਛੋਟੇ ਇਹਨਾਂ ਦੀ ਜੇਬਾਂ ਦੇ ਵਿੱਚ ਪੱਤੇ ਸੀਗੇ ਤੇ ਇਹ ਸਾਰਿਆਂ ਕੋਲ ਜਦੋਂ ਰਿਕਵਰੀ ਕੀਤੀ ਹੈ ਤਾਂ ਉਸ ਤੋਂ ਬਾਅਦ ਅਸੀਂ ਐਫਆਈਆਰ ਰਜਿਸਟਰ ਕੀਤੀ ਹੈ। ਅੱਜ ਇਹਨਾਂ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕਰਾਉਣ ਜਾ ਰਹੇ ਹਾਂ ਤੇ ਰਿਮਾਂਡ ਲੈ ਕੇ ਅਸੀਂ ਪਤਾ ਕਰਨਾ ਅੱਗੇ ਆਪਣੀ ਤਫਤੀਸ਼ ਲਾਵਾਂਗੇ। ਕਿੰਨੇ ਸਮੇਂ ਤੋਂ ਧੰਦਾ ਕਰ ਰਹੇ ਸੀ? ਧੰਦਾ ਜ਼ਿਆਦਾ ਦੇਰ ਤੋਂ ਨਹੀਂ ਕਰ ਰਹੇ ਸੀ, ਬਟ ਇਹ ਇਹਨਾਂ ਦਾ ਜੋ ਇਨੀਸ਼ੀਅਲੀ ਸਾਨੂੰ ਪਤਾ ਲੱਗਾ ਕਿ ਜਿਹੜੇ ਕੁਲਵਿੰਦਰ ਤੇ ਸ਼ਰਨਜੀਤ ਹੈ, ਇਹ ਜਿਵੇਂ ਗੱਲ ਪਿੰਡਾਂ ਦੇ ਵਿੱਚ ਹੁੰਦੇ ਨਾ ਕਿ ਲੋਕਲ ਲੈਵਲ ਦੇ ਆਪਣੇ ਆਪ ਦਵਾਈਆਂ ਵੰਡਣ ਵਾਲਾ ਕੰਮ ਕਰ ਲੈਂਦੇ। ਪਿੰਡ ਵਾਲੇ ਆਪਣੇ ਆਪ ਜਾ ਕੇ ਕਿਸੇ ਨੂੰ ਕੋਈ ਦਵਾ ਦਾਰੂ ਕੋਈ ਚਾਹੀਦਾ ਤੇ ਗੋਲੀ ਦੇ ਦਿੱਤੀ ਤੇ ਇਲਾਜ ਹੋ ਗਿਆ। ਜਿਹੜਾ ਝੋਲਾ ਛਾਪ ਜਿਹਨੂੰ ਕਾਮਨ ਲੈਂਗੁਏਜ ਜਿਹਨੂੰ ਕਹਿੰਦੇ ਨੇ ਝੋਲਾ ਛਾਪ ਡਾਕਟਰ ਜਿਹੜੇ ਯਾਰ ਉਹੋ ਜਿਹਾ ਕੰਮ ਕਰ ਰਹੇ ਸੀਗੇ। ਕੋਈ ਇਹਨਾਂ ਕੋਲ ਡਿਗਰੀ ਵਗੈਰਾ ਨਹੀਂ ਹੈ। ਸਰ ਪਹਿਲਾ ਕੇਸ ਰਜਿਸਟਰ ਕੋਈ ਇਹਨਾਂ ਦੇ? ਨਹੀਂ, ਹਜੇ ਤੱਕ ਸਾਡੇ ਉਹਦੇ ਕੋਈ ਧਿਆਨ 'ਚ ਨਹੀਂ ਆਇਆ। ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹਨਾਂ ਦੇ ਕੋਈ ਪਿੱਛੇ ਵੱਡਾ ਮਗਰਮੱਛ? ਕੱਲ ਐਫਆਈਆਰ ਹੋਈ ਆ। ਅੱਜ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ। ਉਸ ਤੋਂ ਬਾਅਦ ਇਹਦੀ ਪ੍ਰੋਪਰ ਤਫਤੀਸ਼ ਜਿਹੜੀ ਹੈ ਉਹਦੇ ਅਮਲ ਵਿੱਚ ਲਿਆ ਕੇ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਨੈਕਸਟ ਕੀ ਫੈਕਟ ਸਾਹਮਣੇ ਆਉਂਦੇ। ਖਬਰਾਂ ਦੇ ਇਸ ਬੁਲੇਟਿਨ ਵਿੱਚ ਵੇਲਾ ਹੋ ਚੁੱਕਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦੀ ਹਾਜ਼ਰ ਹੁੰਦੇ ਹਾਂ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਦੇ ਨਾਲ। This show is sponsored by Ashoka Tandoori Range. Enjoy the Indian taste. This show is sponsored by Ashoka Tandoori Range. Enjoy the Indian taste. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅਬੋਹਰ ਦੇ ਭੀਮ ਕਤਲकांड ਮਾਮਲੇ ਵਿੱਚ ਸਜ਼ਾ ਕੱਟ ਰਿਹਾ ਸ਼ਰਾਬ ਕਾਰੋਬਾਰੀ ਸ਼ਿਵਲਾਲ ਡੋਡਾ ਇੱਕ ਵਾਰ ਫਿਰ ਮੁਸ਼ਕਲਾਂ ਵਿੱਚ ਘਿਰਦਾ ਨਜ਼ਰ ਆ ਰਿਹਾ। ਜੀ ਹਾਂ, ਤਾਜ਼ਾ ਮਾਮਲੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੀ ਅਬੋਹਰ ਪੁਲਿਸ ਨੇ ਡੋਡਾ ਸਣੇ ਉਸ ਦੇ ਪਰਿਵਾਰ ਤੇ ਮੈਂਬਰਾਂ ਅਤੇ ਹੋਰ ਨਜ਼ਦੀਕੀ ਸਾਥੀਆਂ ਖਿਲਾਫ 420, 465, 467, 468, 471, 384 ਅਤੇ 120(b) ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਆਰੰਭੀ ਅਤੇ ਪੁਲਿਸ ਵੱਲੋਂ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ਿਵਲਾਲ ਡੋਡਾ ਇਸ ਵੇਲੇ ਭੀਮ ਕਤਲकांड ਮਾਮਲੇ ਵਿੱਚ ਸਜ਼ਾ ਕੱਟ ਰਿਹਾ ਅਤੇ ਉਸ ਦੇ ਥਾਣਾ ਸਿਟੀ ਇੱਕ ਅਬੋਹਰ ਵਿੱਚ ਦਰਜ ਮੁਕੱਦਮਾ ਸੀਬੀਆਈ ਦੇ ਸਾਬਕਾ ਅਧਿਕਾਰੀ ਦੀ ਪਤਨੀ ਆਸ਼ਾ ਰਾਣੀ ਦੇ ਬਿਆਨਾਂ ਤੇ ਦਰਜ ਕੀਤਾ ਗਿਆ। ਦੱਸ ਦਈਏ ਕਿ ਵਿਧਵਾ ਆਸ਼ਾ ਰਾਣੀ ਨੇ ਡੀਆਈਜੀ ਫਿਰੋਜ਼ਪੁਰ ਰੇਂਜ ਨੂੰ ਇੱਕ ਸ਼ਿਕਾਇਤ ਪੱਤਰ ਦੇ ਕੇ ਆਪਣਾ ਦੁੱਖੜਾ ਸੁਣਾਇਆ ਕਿ ਉਸ ਦੇ ਬੇਟੇ ਨੀਰਜ ਅਰੋੜਾ ਵੱਲੋਂ ਬਣਾਈ ਗਈ ਫਰਮ ਗਲੈਕਸੀ ਐਮਬ੍ਰੋਇਡਰੀ ਪ੍ਰਾਈਵੇਟ ਲਿਮਟਿਡ ਦੇ ਹਿੱਸੇਦਾਰ ਸੁਰੇਸ਼ ਕੁਮਾਰ ਮਨੋਜ ਕੁਮਾਰ ਤੋਂ ਅਬੋਹਰ ਮਲੋਟ ਰੋਡ ਤੇ ਓਵਰਬ੍ਰਿਜ ਦੇ ਨੇੜੇ ਅਤੇ ਸੰਤ ਨਿਰੰਕਾਰੀ ਭਵਨ ਦੇ ਨਾਲੋਂ ਲੰਘਦੀ ਰੇਲਵੇ ਲਾਈਨ ਦੇ ਨਾਲ ਲੱਗਦੀ 7 ਏਕੜ ਰਕਬੇ ਦਾ ਸੌਦਾ 90 ਲੱਖ ਰੁਪਏ ਦੇ ਹਿਸਾਬ ਨਾਲ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦੇ ਇਲਜ਼ਾਮ ਅਨੁਸਾਰ ਉਸ ਦੇ ਬੇਟੇ ਨੇ 90 ਲੱਖ ਰੁਪਏ ਬੈਂਕ ਅਕਾਊਂਟ ਰਾਹੀਂ ਜ਼ਮੀਨ ਮਾਲਕਾਂ ਨੂੰ ਦਿੱਤੇ ਅਤੇ 1.5 ਕਰੋੜ ਰੁਪਏ ਨਗਦ ਦਿੱਤੇ, ਪਰ ਜ਼ਮੀਨ ਮਾਲਕਾਂ ਨੇ 2 ਕਰੋੜ 40 ਲੱਖ ਰੁਪਏ ਰਾਸ਼ੀ ਵਾਪਸ ਕੀਤੇ ਬਿਨਾਂ ਅਤੇ ਕੀਤੇ ਗਏ ਇਕਰਾਰਨਾਮੇ ਤੋਂ ਮੁਕਰ ਕੇ ਉਕਤ 7 ਏਕੜ ਜ਼ਮੀਨ ਦਾ ਸੌਦਾ 2 ਜੁਲਾਈ 2016 ਨੂੰ ਦਿੱਲੀ ਦੀ ਫਰਮ ਜੀਟੀ ਡਿਵੈਲਪਰ ਦੇ ਹੱਕ ਵਿੱਚ ਕਰ ਦਿੱਤੀ, ਜੋ ਸਾਡੇ ਪਰਿਵਾਰ ਨਾਲ ਸਿੱਧੇ ਤੌਰ ਤੇ ਠੱਗੀ ਹੋਈ ਹੈ।
ਸ਼ਿਕਾਇਤਕਰਤਾ ਦੇ ਇਸ ਮਾਮਲੇ ਦੀ ਵਕਾਲਤ ਕਰ ਰਹੇ ਹਾਈ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਸੁਨੀਲ ਡੋਡਾ ਨੇ ਦੱਸਿਆ ਕਿ ਨੇਚਰ ਹਾਈਟਸ ਦੇ ਐਮਡੀ ਨੀਰਜ ਅਰੋੜਾ ਖਿਲਾਫ ਜਦ ਕਈ ਲੋਕਾਂ ਵੱਲੋਂ ਧੋਖਾਧੜੀ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਦਿੱਤੀਆਂ ਗਈਆਂ ਤਾਂ ਪੁਲਿਸ ਨੂੰ ਨੀਰਜ ਨੂੰ ਗ੍ਰਿਫਤਾਰ ਕਰਕੇ ਸਬ ਜੇਲ੍ਹ ਫਾਜ਼ਿਲਕਾ ਵਿਖੇ ਰੱਖਿਆ ਤਾਂ ਉਸ ਵੇਲੇ ਭੀਮ ਕਤਲकांड ਮਾਮਲੇ ਵਿੱਚ ਗ੍ਰਿਫਤਾਰ ਸ਼ਿਵਲਾਲ ਡੋਡਾ ਵੀ ਉਸ ਜੇਲ੍ਹ ਵਿੱਚ ਸੀ। ਦੋਵਾਂ ਵਿਚਕਾਰ ਗੱਲ ਹੋਈ ਤਾਂ ਕਥਿਤ ਇਲਜ਼ਾਮ ਅਨੁਸਾਰ ਸ਼ਿਵਲਾਲ ਡੋਡਾ ਨੇ ਨੀਰਜ ਦੀ ਕਰੋੜਾਂ ਦੀ ਜਾਇਦਾਦ ਹੜਪਣ ਦੀ ਨੀਅਤ ਨਾਲ ਉਸ ਨੂੰ ਡਰਾਇਆ ਧਮਕਾਇਆ ਤੇ ਉਕਤ 7 ਏਕੜ ਜ਼ਮੀਨ ਜਿਸ ਦਾ ਇਕਰਾਰਨਾਮਾ ਨੇਚਰ ਹਾਈਟਸ ਦੇ ਡਾਇਰੈਕਟਰ ਗੌਰਵ ਛਾਬੜਾ ਦੇ ਹੱਕ ਵਿੱਚ ਸਿਰਸਾ ਦੇ ਵਪਾਰੀਆਂ ਵੱਲੋਂ ਕੀਤਾ ਗਿਆ ਸੀ। ਪਰ ਸ਼ਿਵਲਾਲ ਡੋਡਾ ਅਤੇ ਹੋਰਾਂ ਤੇ ਇਲਜ਼ਾਮ ਹੈ ਕਿ ਇਹਨਾਂ ਨੇ ਹੇਰਾਫੇਰੀ ਕਰਕੇ ਉਕਤ ਜ਼ਮੀਨ ਜਿਸ ਤੇ ਕਲੋਨੀ ਕੱਟੀ ਜਾਣੀ ਸੀ ਅਤੇ ਇੱਕ ਗ੍ਰਾਹਕਾਂ ਨੂੰ ਪਲਾਟ ਵੀ ਵੇਚੇ ਗਏ ਸਨ ਨੂੰ ਧੋਖੇ ਵਿੱਚ ਰੱਖ ਕੇ ਵਾਹੀਯੋਗ ਜ਼ਮੀਨ ਵਿਖਾ ਕੇ ਖਰੀਦ ਲਈ। ਇਸ ਮੁਕੱਦਮੇ 'ਚ ਜੀ ਨੀਰਜ ਅਰੋੜਾ ਨੇ 2013 ਵਿੱਚ ਇੱਕ ਸੇਲ ਐਗਰੀਮੈਂਟ ਕੀਤਾ ਸੀ ਜੀ ਕਿਸੇ ਨਾਲ ਜੀ ਤੇ 7 ਕਿੱਲੇ ਟੋਟਲ ਲੈਂਡ ਸੀ 7 ਏਕੜ 90 ਲੱਖ ਰੁਪਇਆ ਪਰ ਏਕੜ ਦੇ ਹਿਸਾਬ ਨਾਲ ਇਹ ਡੀਲ ਹੋਈ ਸੀ ਜਿੰਦੇ ਵਿੱਚੋਂ ਨੀਰਜ ਅਰੋੜਾ ਨੇ 2 ਕਰੋੜ 40 ਲੱਖ ਰੁਪਇਆ ਦੇਤਾ ਸੀ ਤੇ ਬਾਕੀ ਪੈਸੇ ਅੱਗੇ ਜਾ ਕੇ ਦੇਣੇ ਸੀ ਤੇ ਨੀਰਜ ਅਰੋੜਾ ਨੇ ਜਿਹੜੀ ਇਹ ਜਗ੍ਹਾ ਸੀ ਇਹਨੂੰ ਰੈਗੂਲਰ ਕਰਾ ਰਿਹਾ ਸੀ ਕਲੋਨੀ ਵਜੋਂ ਅਪਰੂਵ ਕਰਾ ਰਿਹਾ ਸੀ ਤੇ 21% ਨੂੰ ਇਹਨਾਂ ਨੇ ਅੱਗੇ ਇਸ ਜਗ੍ਹਾ ਦੇ ਬਿਆਨੇ ਲੈ ਲਏ ਸੀ ਮਤਲਬ ਉਹਨਾਂ ਨਾਲ ਸੇਲ ਐਗਰੀਮੈਂਟ ਕਰ ਲਿਆ ਸੀ। ਇਨ ਬਿਟਵੀਨ ਹੀ ਸ਼ਿਵਲਾਲ ਡੋਡਾ ਨੇ ਆਪਦਾ ਰੁਤਬਾ ਆਪਦੀ ਪਾਵਰ ਪੋਲੀਟੀਕਲ ਐਂਗਲ ਦਾ ਯੂਜ਼ ਕਰਦੇ ਹੋਏ ਇਹ ਜਿਹੜੀ ਪ੍ਰਾਪਰਟੀ ਹੈ ਜਿਹੜੀ ਨੀਰਜ ਅਰੋੜਾ ਦੇ ਨਾਂ ਤੇ ਰਜਿਸਟਰੀ ਹੋਣੀ ਸੀ ਇਹਨਾਂ ਨੇ ਡਾਇਰੈਕਟ ਜਿਹੜਾ ਸੈਲਰ ਸੀ ਉਹਦੇ ਤੇ ਦਬਾਅ ਪਾ ਕੇ ਹੋਰ ਤਰੀਕੇ ਅਪਣਾ ਕੇ 58,95,000 ਰੁਪਈਆ ਦੇ ਕੇ ਉਹ ਸਾਰੀ ਜਗ੍ਹਾ ਲੈ ਲਈ ਜੀ। ਨਾ ਸਿਰਫ ਇਹ ਨੀਰਜ ਅਰੋੜੇ ਨਾਲ 2 ਕਰੋੜ 40 ਲੱਖ ਦੀ ਚੀਟਿੰਗ ਹੈ ਬਾਕੀ ਜਿਹੜੇ 21 ਬੰਦੇ ਆ ਉਹਨਾਂ ਨਾਲ ਵੀ ਇਹ ਜਿਹੜੇ ਉਹਨਾਂ ਨੂੰ ਪਲੋਟਸ ਮਿਲਨੇ ਸੀ ਜੀ ਉਹਨਾਂ ਨੂੰ ਵੀ ਕੁਝ ਨਹੀਂ ਮਿਲਿਆ ਜੀ ਉਹਨਾਂ ਦੇ ਵੀ ਪੈਸੇ ਫਸ ਗਏ ਤੇ ਥਰਡ ਜਿਹੜੀ ਇੰਪੋਰਟੈਂਟ ਥਿੰਗ ਹੈ ਇਹਨਾਂ ਨੇ ਪੰਜਾਬ ਸਰਕਾਰ ਨਾਲ ਵੀ ਚੀਟਿੰਗ ਕੀਤੀ ਹੈ ਜੀ ਕਿਉਂਕਿ ਜੇ ਰੈਗੂਲਰ ਕਲੋਨੀ ਹੁੰਦੀ ਤਾਂ ਉਹ ਕਲੋਨੀ ਵਜੋਂ ਰਜਿਸਟਰੀ ਆਉਣੀਆਂ ਸੀ ਜੀ ਉਹ ਦੁਬਾਰਾ ਐਗਰੀਕਲਚਰ ਲੈਂਡ 'ਚ ਕਿਵੇਂ ਰਜਿਸਟਰੀ ਹੋ ਗਈ ਜੀ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜੀ ਆਪਦੀ ਕੰਪਲੇਂਟ ਦਿੱਤੀਆਂ ਸੀ ਜਿਨ੍ਹਾਂ ਦੀ DIG ਫਿਰੋਜ਼ਪੁਰ ਰੇਂਜ ਨੇ ਗਹਿਨਤਾ ਨਾਲ ਜਾਂਚ ਕਰਨ ਉਪਰੰਤ ਇਹ ਜਿਹੜੇ DSP ਅਬੋਹਰ ਨੇ ਉਹਨਾਂ ਨੂੰ ਇਹ ਮਾਮਲਾ ਦਿੱਤਾ ਸੀ ਜੀ ਉਹਨਾਂ ਨੇ ਵੀ ਬੜੀ ਗਹਿਨਤਾ ਨਾਲ ਇਹਨਾਂ ਦੀ ਜਾਂਚ ਕੀਤੀ ਹੈ ਜੀ ਤੇ ਇਹ ਮੁਕੱਦਮਾ ਅੱਜ ਦਰਜ ਹੋਇਆ ਜੀ। ਅਸੀਂ ਇਨਵੈਸਟੀਗੇਸ਼ਨ ਏਜੰਸੀ ਦੇ ਧੰਨਵਾਦੀ ਹਾਂ ਜੀ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਜੀ ਵੀ ਸਾਨੂੰ ਇਨਸਾਫ ਦਿਵਾਇਆ ਜਾਏਗਾ ਜੀ। ਇਸ ਮਾਮਲੇ ਵਿੱਚ ਥਾਣਾ ਸਿਟੀ ਇੱਕ ਅਬੋਹਰ ਦੇ ਥਾਣਾ ਪ੍ਰਭਾਰੀ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਪੁਲਿਸ ਦੇ ਆਲਾ ਅਫਸਰਾਂ ਦੀ ਮਨਜ਼ੂਰੀ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਆਸ਼ਾ ਰਾਣੀ ਵਾਈਫ ਆਫ ਲੇਟ ਸ਼੍ਰੀ ਸਤਪਾਲ ਵਾਸੀ ਪਟੇਲ ਨਗਰ ਵੱਲੋਂ ਇੱਕ ਕੰਪਲੇਂਟ ਮਾਨਯੋਗ DIG ਸਾਹਿਬ ਫਿਰੋਜ਼ਪੁਰ ਰੇਂਜ ਨੂੰ ਦਿੱਤੀ ਗਈ ਸੀ ਜਿਨ੍ਹਾਂ ਨੇ ਇਹ ਦਰਖਾਸਤ ਮਾਨਯੋਗ SSP ਸਾਹਿਬ ਫਾਜ਼ਿਲਕਾ ਨੂੰ ਮਾਰਕ ਕਰਕੇ ਉਸ ਤੋਂ ਬਾਅਦ ਜੋ ਇਹ ਕੰਪਲੇਂਟ ਹੈ ਜਿਸ ਦੀ ਪੜਤਾਲ DSP ਅਬੋਹਰ ਸਾਹਿਬ ਨੇ ਕੀਤੀ ਉਹਨਾਂ ਦੀ ਪੜਤਾਲ ਦੌਰਾਨ ਉਸ ਤੋਂ ਬਾਅਦ ਮਨਜ਼ੂਰੀ ਮਾਨਯੋਗ DIG ਸਾਹਿਬ ਵੱਲੋਂ 157 ਨੰਬਰ FIR ਅੰਡਰ ਸੈਕਸ਼ਨ 420 465 67 384 120B ਦਰਜ ਥਾਣਾ ਸਿਟੀ 1 ਅਬੋਹਰ ਦਰਜ ਕੀਤੀ ਗਈ ਜਿਸ ਦੀ ਇਨਵੈਸਟੀਗੇਸ਼ਨ ਜਾਰੀ ਹੈ। ਕਿਹਦੇ ਖਿਲਾਫ ਜਿਹੜਾ ਕੀਤਾ ਗਿਆ ਇਹ ਸ਼ਿਵਲਾਲ ਡੋਡਾ ਹੋਰ ਇਸ ਦੇ ਸਮੇਤ 10 ਵਿਅਕਤੀਆਂ ਦੇ ਖਿਲਾਫ ਇਹ ਪਰਚਾ ਦਰਜ ਕੀਤਾ ਗਿਆ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਕੋਈ ਛਾਪੇਮਾਰੀ ਵਗੈਰਾ ਜਾਂ ਕੋਈ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਨਾਮਜ਼ਦ ਜਿਹੜੇ ਹੋਰ ਲੋਕ ਸ਼ਿਵਲਾਲ ਡੋਡਾ ਤੇ ਹੋਰ ਜਿਹੜੇ ਲੋਕ ਨੇ ਉਹਨਾਂ ਦੇ ਗ੍ਰਿਫਤਾਰੀ ਦੀ ਉਹਨਾਂ ਨੂੰ ਛਾਪੇਮਾਰੀ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਜੋ ਅੱਗੇ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ। ਹੁਣ ਇਸ ਮਾਮਲੇ ਵਿੱਚ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪੁਲਿਸ ਥਾਣਾ ਰਾਜਾ ਸਾਂਸੀ ਅਧੀਨ ਆਉਂਦੇ ਪਿੰਡ ਪਿੱਠੇਵੜ ਦੇ ਇੱਕ ਕੁੜੀ ਅਤੇ ਉਸ ਦੀ ਮਾਂ ਵੱਲੋਂ ਪ੍ਰਸ਼ਾਸਨ ਨੂੰ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਸੜ ਕੇ ਮਰਨ ਦੀ ਚੇਤਾਵਨੀ ਦਿੱਤੀ ਗਈ ਹੈ। ਜਿਹਾਂ ਉਹਨਾਂ ਕਿਹਾ ਕਿ 4 ਮਹੀਨੇ ਪਹਿਲਾਂ ਪਿੰਡ ਦੇ 5 ਨੌਜਵਾਨਾਂ ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਗੁਰਪੇਜ ਸਿੰਘ, ਅੰਗਰੇਜ਼ ਸਿੰਘ ਅਤੇ ਨੱਥੂ ਨੇ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਲੜਕੀ ਨਾਲ ਛੇੜਖਾਨੀ ਕੀਤੀ। ਉਸ ਦੇ ਕੱਪੜੇ ਪਾੜੇ ਗਏ ਅਤੇ ਕੁੱਟਮਾਰ ਵੀ ਕੀਤੀ ਜਿਸ ਕਰਕੇ ਉਸ ਨੂੰ 10 ਦਿਨ ਹਸਪਤਾਲ ਵਿੱਚ ਵੀ ਦਾਖਲ ਰਹਿਣਾ ਪਿਆ। ਉਹਨਾਂ ਦੱਸਿਆ ਕਿ ਭਾਵੇਂ ਉਹਨਾਂ ਵੱਲੋਂ ਦਬਾਅ ਪਾਉਣ ਕਰਕੇ ਦੋਸ਼ੀਆਂ ਖਿਲਾਫ ਪਰਚਾ ਤਾਂ ਦਰਜ ਕਰ ਲਿਆ ਗਿਆ ਪਰ 4 ਮਹੀਨੇ ਤੋਂ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਅਤੇ ਅੱਜ ਵੀ ਪਰਿਵਾਰ ਨੂੰ ਧਮਕੀਆਂ ਦੇ ਰਹੇ ਨੇ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਦੋਵੇਂ ਮਾਵਾਂ ਧੀਆਂ ਸੜ ਕੇ ਆਤਮ ਹੱਤਿਆ ਕਰ ਲੈਣਗੀਆਂ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਇਸ ਸੰਬੰਧੀ SP ਗੌਰਵ ਤੂਰਾ ਨਾਲ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰ ਰਹੇ ਨੇ ਅਤੇ ਜਾਂਚ ਕਰਨ ਤੋਂ ਬਾਅਦ ਜੋ ਵੀ ਰਿਪੋਰਟ ਹੋਵੇਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਹਾਂਜੀ ਦਲਬੀਰੋ ਮੇਰਾ ਨਾਮ ਪਿੱਟੇਵੜ ਦੇ ਰਹਿਣ ਵਾਲੇ ਭਾਜੀ ਅਸੀਂ ਕੀ ਆਦਾ ਨਾ ਸਾਡਾ ਮੇਰਾ ਦਲਬੀਰੋ ਪਿੱਟੇਵੜ ਦੇ ਹੀ ਰਹਿਣ ਵਾਲੇ ਆ। ਮੈਂ 6:30 ਵਜੇ 5 ਵਜੇ ਦਾ ਟਾਈਮ ਹੈ ਕੁੜੀ ਦਿਹਾੜੀ ਲਾ ਕੇ ਆਈ ਆ। ਅਸੀਂ ਕੰਮ ਤੇ ਮਾਂ ਪੁੱਤ ਘਰ ਨਹੀਂ ਹੈਗੇ ਕਿਸੇ ਦੀ ਬੈਕ ਤੇ ਹਾਂ ਤੇ ਸਾਡੇ ਘਰੇ ਆ ਗਏ ਆ ਕਿ ਨਾਲ ਦਾ ਹੀ ਜ਼ਬਰਦਸਤੀ ਕੀਤੀ ਆ ਨਾਨਕੇ ਇਹ ਲਾਗੇ ਗਵਾਂਢੀ ਸਾਡੇ
ਤੇ ਇੱਕ ਪਹਿਲੋਂ ਸੁਖਦੇਵ ਆਇਆ ਵਾ। ਸੁਖਦੇਵ ਨੇ ਆਣ ਕੇ ਕਿਹਾ ਵੀ ਦੂਜਾ ਮਾਰਾ ਕਿੱਥੇ ਗਏ। ਕੁੜੀ ਨੇ ਪੁੱਛਿਆ ਵੀ ਕੀ ਕਰਨ ਨੂੰ ਵੀਰ ਆਏ ਜੋ ਤੁਸੀਂ ਸਾਡੇ ਘਰੇ ਕੀ ਕਰਨਾ ਜੋ। ਉਹਨੇ ਆਖਿਆ ਆਉਂਦਿਆਂ ਉਹਨਾਂ ਨੇ ਕੁਝ ਵੇਖਿਆ ਨਹੀਂ, ਕੁੜੀ ਦੇ ਗਲ ਪੈ ਗਏ ਆਉਂਦੇ ਹੀ। ਕੁੜੀ ਨੇ ਉਹਨਾਂ ਦੇ ਬੋਦਿਆਂ ਤੋਂ ਵੀ ਫੜਿਆ ਵੀ ਤੁਸੀਂ ਕੀ ਕਰਨ ਨੂੰ ਮੇਰੇ ਗਲ ਪਈ ਜਾਂਦੇ ਜੋ। ਤੇ ਕੁੜੀ ਦੇ ਨਾਲ 5 ਜਾਣੇ ਆਣ ਕੇ ਜ਼ਬਰਦਸਤੀ ਕਰਨ ਲੱਗ ਪਏ। ਜਿਹੜੇ 5 ਜਾਣੇ ਅੰਦਰ ਆਏ ਉਹਨਾਂ ਦਾ ਹੀ ਨਾਂ ਲਿਆ ਵਾ, ਜਿਹੜੇ ਬਾਹਰ ਖਲੋਤੇ ਉਹਨਾਂ ਦਾ ਕਿਉਂ ਨਹੀਂ ਅਸੀਂ ਨਾਂ ਲਿਆ। ਤੇ ਸਾਨੂੰ ਭਾਜੀ ਇਨਸਾਫ ਚਾਹੀਦਾ ਵਾ। ਅਸੀਂ DCP ਦੇ ਦਫ਼ਤਰ ਗਾੜੀ ਅੱਗ ਲਾ ਕੇ ਫੂਕੇ ਜਾਵਾਂਗੇ, ਨਹੀਂ ਤੇ ਸਾਨੂੰ ਸਾਡਾ ਕੋਈ ਜੀਣਾ ਨਹੀਂ ਇੱਥੇ ਹੈਗਾ ਕਿ ਨਾਲ ਦਾ ਪਿੰਡ ਦੇ ਵਿੱਚ। ਸਾਡੀ ਬਹੁਤ ਬੀਤੀ ਹੋਈ ਆ। ਸਾਡੀ ਧੀ ਨੂੰ ਮਾਰ ਕੋਟੇ ਨਾ ਕੀਤੀ, ਸਾਡੀ ਧੀ ਦੇ ਡਾਂਗਾ ਮਾਰੀਆਂ ਸਿਰ 'ਚ। ਸਾਡਾ ਨਹੀਂ ਇੱਥੇ ਜੀਣਾ ਕੋਈ ਵੀ। ਅਸੀਂ ਅੱਗ ਲਾ ਕੇ ਫੂਕੇ ਜਾਵਾਂਗੇ। ਗਾੜੀਆਂ ਕੱਪੜੇ ਪਾੜ ਦਿੱਤੇ, ਸਾਡੀ ਧੀ ਨੂੰ ਨੰਗਿਆ ਕਰ ਦਿੱਤਾ ਇਹਨਾਂ ਨੇ। 4 ਮਹੀਨੇ ਹੋ ਗਏ, ਕੋਈ ਸੁਣਾਈ ਨਹੀਂ ਆ। ਜਿਹੜੇ ਅਸੀਂ ਮੈਂਬਰ ਸਰਪੰਚ ਵੱਲ ਜਾਂਦੇ ਉਹ ਸਾਡੀ ਸੁਣਦੇ ਨਹੀਂ ਆ, ਕਹਿੰਦੇ ਲੋਕਡਾਊਨ ਲੱਗਾ ਹੋਇਆ। ਸਾਡੀ ਨਹੀਂ ਉੱਥੇ ਕੋਈ ਵੀ ਸੁਣਾਈ। ਜੇ ਅਸੀਂ ਉੱਥੇ ਜਾਂਦੇ ਥਾਣੇ ਪੁੱਛ ਗਿੱਛ ਕਰੀ ਜਾਂਦੇ, ਸਾਡੀ ਕੋਈ ਸੁਣਾਈ ਨਹੀਂ ਹੈਗੀ ਕੀ ਗੱਲ ਦਾ ਇਹ ਪਿੰਡ ਦੇ ਵਿੱਚ। ਸਾਨੂੰ ਇਨਸਾਫ ਚਾਹੀਦਾ। ਜੇ ਇਨਸਾਫ ਨਹੀਂ ਮਿਲਣਾ ਅਸੀਂ ਅੱਗ ਲਾ ਕੇ ਫੂਕੇ ਜਾਵਾਂਗੇ, ਮਗਰੋਂ ਇਨਸਾਫ ਮਿਲਦਾ ਰਹੂ, ਜੋ ਮਰਜ਼ੀ ਹੁੰਦਾ ਰਹੂਗਾ। ਮਾਵਾਂ ਧੀਆਂ ਫੂਕੀਆਂ ਜਾਵਾਂਗੀਆਂ ਅਸੀਂ। ਸਾਡੀ ਬੜੀ ਬਦਨਾਮੀ ਹੋਈ। ਜਿਹੜਾ ਪੈਂਦਾ ਉਹ ਆਂਦਾ ਤੁਹਾਡੀ ਧੀ ਨੂੰ ਅੰਦਰ ਆਣ ਕੇ ਡਾਂਗਾ ਮਾਰ ਕੇ ਕੁੱਟ ਕੇ ਗਾਹ ਗਏ, ਤੁਹਾਡੇ ਕੋਲ ਕੁਛ ਨਹੀਂ ਹੋਇਆ। ਸਾਡੀ ਬੜੀ ਬੇਇੱਜ਼ਤੀ ਹੋਈ ਭਾਜੀ। ਸਾਨੂੰ ਇਨਸਾਫ ਚਾਹੀਦਾ ਆ, ਸਾਨੂੰ ਕੁਛ ਨਹੀਂ ਚਾਹੀਦਾ, ਸਾਨੂੰ ਇਨਸਾਫ ਚਾਹੀਦਾ। ਜੇ ਨਾ ਇਨਸਾਫ ਮਿਲਿਆ ਅਸੀਂ ਦਫ਼ਤਰ ਗਾੜੀ ਅੱਗ ਲਾ ਕੇ ਫੂਕੇ ਜਾਵਾਂਗੇ। ਉਹਨਾਂ ਨੇ ਕਿਹਾ ਵੀ ਤੁਸੀਂ ਅਸੀਂ ਇਸ ਪਿੰਡ 'ਚ ਪੁੱਛ ਗਿੱਛ ਕਰਕੇ ਫੇਰ ਕੋਈ ਕਰਨਾ ਕਾਰਵਾਈ। ਪਰਚਾ ਹੋਇਆ ਸਾਡਾ 5 ਜਾਣਿਆਂ ਤੇ ਪਰਚਾ ਕਰਾਇਆ। ਜਿਹੜੇ ਅੰਦਰ ਆਏ ਉਹਨਾਂ ਤੇ ਪਰਚਾ ਕਰਾਇਆ ਸੀ। ਇਹ 5 ਜਾਣੇ ਅੰਦਰ ਆਏ ਆ। ਨਾ ਪਿੰਡ ਦਾ ਨਾ ਸੁਣਵਾਈ ਨਹੀਂ ਹੁੰਦਾ। ਉਹ ਜਿਹੜਾ ਪਿੰਡ ਦਾ ਸਰਪੰਚ ਆ ਉਹ ਪਿੱਟੇ ਵੜਦਾ, ਉਹ ਕਹਿੰਦਾ ਵੀ ਮੈਂ ਪਿੰਡ 'ਚ ਪੁਲਿਸ ਨਹੀਂ ਵੜਨ ਦੇਣੀ, ਮੈਂ ਬੰਦੇ ਥਾਣੇ ਨਹੀਂ ਜਾਣ ਦੇਣੇ। ਮੇਰੀ ਇਜਾਜ਼ਤ ਤੋਂ ਬਗੈਰ ਪਿੰਡ 'ਚ ਪੁਲਿਸ ਨਹੀਂ। ਜੇ ਮੇਰੀ ਧੀ ਦਾ ਅੰਦਰ ਕਤਲ ਕਰ ਜਾਂਦੇ, 2 ਘੰਟਾ ਬੇਹੋਸ਼ ਰਹੀ ਆ। ਡਾਕਟਰ ਵੀ ਪਿੰਡ ਦਾ ਨਹੀਂ ਹੁਣ ਕੋਈ ਗੱਲ ਕਰਦਾ, ਉਹਨੇ ਵੀ ਜਵਾਬ ਦੇ ਦਿੱਤਾ ਇਹਨੂੰ ਸ਼ਹਿਰ ਲੈ ਜਾਓ। ਮੇਰੇ ਵੱਸ ਦੀ ਗੱਲ ਨਹੀਂ ਹੈਗੀ ਕੋਈ ਵੀ। ਇਹ ਬੇਹੋਸ਼ ਹੋ ਗਈ। ਹਾਂ ਅਸੀਂ ਦਾਖਲ ਕਰਵਾਇਆ ਲੋਪੋਕੀ, ਦਾਖਲ ਕਰਾਈ ਆਪਣੀ ਬੇਟੀ ਕੀ ਨਾਲ ਦਾ ਹੀ। ਕਿੰਨੇ ਦਿਨ ਰਹੇ ਦਾਖਲ? ਲੋਪੋਕੀ ਅਸੀਂ 8 ਦਿਨ ਰਹੇ ਉੱਥੇ। ਤੇ ਫਿਰ ਸਾਨੂੰ ਉੱਥੇ ਲੋਕਡਾਊਨ ਲੱਗ ਗਿਆ। ਸਾਨੂੰ ਰਾਤੋਂ ਰਾਤ ਉਹਨਾਂ ਕੱਢ ਦਿੱਤਾ ਵੀ ਇੱਥੇ ਰਾਤ ਚਲੇ ਜਾਓ, ਕੋਰੋਨਾ ਵਾਇਰਸ ਹੋ ਗਈ ਆ ਤੇ ਤੁਸੀਂ ਇੱਥੋਂ ਚਲੇ ਜਾਓ। ਫਿਰ ਸਾਡੀ ਧੀ ਦਾ ਜਨਾਲੇ ਇਲਾਜ ਹੁੰਦਾ ਰਿਹਾ ਆ। ਫਿਰ ਇਹਨਾਂ ਦੀਆਂ ਜਨਾਨੀਆਂ ਕਹਿੰਦੀਆਂ ਇਹਨਾਂ ਦੀ ਬੇਟੀ ਖਿਖਰੀ ਵਾਂਢੇ ਵੇਂਦੀ ਫਿਰਦੀ ਆ, ਇਹ ਵਾਂਢਿਆਂ ਦੇ ਚਾਵਾਂ 'ਚ ਭੱਜੀ ਫਿਰਦੀ ਆ। ਭਾਜੀ ਅਸੀਂ ਕਿੱਧਰ ਚਲੇ ਜਾਈਏ, ਲਾਗੇ ਸਾਡੇ ਤੇੜ ਦੇ ਕੇ ਫਿਰਦੇ ਆ। ਕਿੰਨਾ ਚਿਰ ਹੋ ਗਿਆ ਇਹਨੂੰ? ਹਾਂਜੀ 4 ਮਹੀਨੇ ਹੋ ਗਏ, ਸਾਡੀ ਕੋਈ ਸੁਣਾਈ ਨਹੀਂ ਆ। ਹਾਂਜੀ ਕੀ ਨਾਮ ਆਪਣਾ ਜੀ? ਮੈਂ ਪਿੱਟੇ ਵੱਡਾਂ ਦੀ ਰਹਿਣ ਵਾਲੀ ਆ। ਕੀ ਘਟਨਾ ਵਾਪਰੀ ਆ? ਤੁਸੀਂ ਸਾਡੇ ਨਾਲ ਇਹ ਵਾਪਰੀ ਆ ਵੀ ਸਾਡੇ ਘਰ ਆਣ ਕੇ ਕੁਝ ਜਾਣੇ ਪੈ ਗਏ ਆ ਵੀ। ਪਹਿਲਾਂ ਸੁਖਦੇਵ ਆਇਆ ਵੀ, ਉਹਨਾਂ ਆਣ ਕੇ ਸਾਡੇ ਘਰ ਸਿੱਧਾ ਹੀ ਅੰਦਰ ਹੀ ਆਏ। ਦਾਦੀ ਮੇਰੀ ਬਾਹਰ ਬੈਠੀ ਸੀ ਵੀ, ਤੇ ਆਉਂਦੇ ਹੀ ਅੰਦਰ ਜਾ ਕੇ ਤੇ ਇਕੱਲੀ ਘਰ ਹਾਂ ਵੀ, ਤੇ ਮੇਰੇ ਕੋਲ ਗਲ ਪਏ ਆ ਵੀ, ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ ਆ ਵੀ। ਹੁਣ ਸਾਨੂੰ ਇਨਸਾਫ ਚਾਹੀਦਾ ਵੀ। ਕਿਹੜੀ ਗੱਲੋਂ ਆਏ? ਕਿਹੜੇ ਬੰਦੇ ਆ? ਕਿਹੜੀ ਗੱਲੋਂ ਆਏ? ਪਤਾ ਨਹੀਂ ਸਰ। ਪਹਿਲਾਂ ਬਾਹਰ ਹੋਣ ਦੀ ਕਲੇ ਹੋਣ ਦੀ ਕਿਸੇ ਦੇ ਨਾਲ ਵੀ, ਤੁਹਾਡੇ ਨਾਲ ਵੀ ਉਹਨਾਂ ਲਈ ਕਲੇ ਵੀ। ਨਹੀਂ ਤੁਹਾਡੇ ਨਾਲ ਕੋਈ ਪਹਿਲਾਂ ਵੀ ਝਗੜਾ ਕਿਸੇ ਕਿਸਮ ਦਾ ਹੈਗਾ? ਪਹਿਲਾਂ ਵੀ ਹਾਂਜੀ ਚੱਲਦਾ ਰਿਹਾ ਵੀ। ਪਹਿਲਾਂ ਵੀ ਤੁਹਾਡੇ ਨਾਲ ਕੀ ਕੀਤਾ ਇਹਨਾਂ ਨੇ? ਹਾਂਜੀ ਪਹਿਲਾਂ ਜ਼ਬਰਦਸਤੀ ਫਿਰ ਕੀਤੀ ਆ ਵੀ, ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। 5 ਜਾਣੇ ਆਏ ਸੀ ਅੰਦਰ। ਕੀ ਨਾਮ ਸੀ ਉਹਨਾਂ ਦੇ? ਸੁਖਦੇਵ ਤੇ ਨੱਥੂ ਤੇ ਗੁਰਬੇਜ ਸੀ ਤੇ ਗੋਪੀ। ਅੱਛਾ। ਤੇ ਬਾਕੀ ਬਜ਼ੁਰਗ ਵੀ ਥੋੜੇ ਆਏ ਸੀ, ਥੋੜੀ ਜਿਹੀ। ਤੋੜ ਭੰਨ ਵੀ? ਹਾਂਜੀ ਤੋੜ ਭੰਨ ਵੀ ਹੋਈ ਜੋ। ਹਾਂਜੀ ਡਾਂਗਾ ਮਾਰੀਆਂ ਸਿਰ 'ਚ ਉਹਨਾਂ ਨੇ। ਲੋਪੋ ਕੀ ਕਰਾਇਆ? ਕਿੰਨੇ ਦਿਨ ਦਾਖਲ ਰਹੇ ਤੁਸੀਂ? 8 ਦਿਨ ਰਹੇ ਦਾਖਲ। ਅੱਛਾ। ਤੇ ਪੁਲਿਸ ਨੇ ਕੀ ਕੋਈ ਕਾਰਵਾਈ ਕੀਤੀ ਹੈ? ਤੁਸੀਂ ਪੁਲਿਸ ਤੋਂ ਗਏ ਹੋ? ਅਸੀਂ ਪਰਚਾ ਕਰਾਇਆ, ਸਾਡੀ ਕੋਈ ਸੁਣਾਈ ਨਹੀਂ ਹੋਣ ਦੀ। ਕਿੰਨਾ ਚਿਰ ਹੋ ਗਿਆ ਇਸ ਗੱਲ ਨੂੰ? 4 ਮਹੀਨੇ ਹੋ ਗਏ। ਪੁਲਿਸ ਨੇ ਉਹ ਬੰਦੇ ਫੜੇ ਨਹੀਂ ਹੁਣ ਤੱਕ? ਨਹੀਂ ਹਜੇ ਨਹੀਂ ਫੜੇ। ਤੇ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਇਹ ਕਰਦੇ ਆ ਵੀ ਸਾਡੀ ਸੁਣਾਈ ਹੋਣੀ ਚਾਹੀਦੀ, ਨਹੀਂ ਤੇ ਅੱਗ ਲਾ ਕੇ ਫੂਕ। ਇੱਕ ਪਾਸੇ ਤਾਂ ਸੂਬੇ ਦੀ ਕੈਪਟਨ ਸਰਕਾਰ ਗਰੀਬ ਪਰਿਵਾਰਾਂ ਨੂੰ 5 ਮਰਲੇ ਪਲਾਟ ਦੇਣ ਦੇ ਨਾਲ ਕਈ ਹੋਰ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਕੁਝ ਗਰੀਬ ਲੋਕ ਅੱਜ ਵੀ ਸਰਕਾਰੀ ਸਹੂਲਤਾਂ ਲੈਣ ਲਈ ਦਰ ਠੋਕਰਾਂ ਖਾ ਰਹੇ ਨੇ, ਜਿਨ੍ਹਾਂ ਦੇ ਸਿਰ ਤੇ ਰਹਿਣ ਲਈ ਨਾ ਤਾਂ ਛੱਤ ਹੈ ਤੇ ਨਾ ਹੀ ਖਾਣ ਲਈ ਰੋਟੀ। ਜੀ ਹਾਂ, ਜੇਕਰ ਗੱਲ ਕਰੀਏ ਜ਼ਿਲ੍ਹਾ ਫਿਰੋਜ਼ਪੁਰ ਦੀ ਤਾਂ ਵੰਡ ਤੋਂ ਬਾਅਦ ਇਹ ਇਲਾਕਾ ਇੱਕ ਪਛੜੇ ਇਲਾਕੇ ਵਜੋਂ ਜਾਣਿਆ ਜਾਂਦਾ ਸੀ। ਅੱਜ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਨੇ ਇਸ ਇਲਾਕੇ ਨੂੰ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਪਹਿਲੇ ਨੰਬਰ ਤੇ ਲਿਆਂਦਾ ਹੈ, ਪਰ ਇਸ ਇਲਾਕੇ ਦੇ ਲੋਕ ਅੱਜ ਵੀ ਗਰੀਬੀ ਰੇਖਾ ਵਿੱਚ ਜੀ ਰਹੇ ਨੇ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ।
ਗੱਲ ਕਰਨ ਜਾ ਰਹੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸਹਿਜਾਦੀ ਦੀ, ਜਿੱਥੋਂ ਦਾ ਇੱਕ ਗਰੀਬ ਪਰਿਵਾਰ ਗਰੀਬੀ ਦੇ ਨਾਲ ਪਰਮਾਤਮਾ ਦੀ ਪ੍ਰਕੋਪੀ ਦਾ ਵੀ ਸਾਹਮਣਾ ਕਰ ਰਿਹਾ ਹੈ, ਜਿਸ ਦੀ ਸਾਰ ਨਾ ਤਾਂ ਸਰਕਾਰਾਂ ਲੈ ਰਹੀਆਂ ਨੇ ਅਤੇ ਨਾ ਹੀ ਰੱਬ। ਇਸ ਗਰੀਬ ਪਰਿਵਾਰ ਦੇ ਕੋਲ ਨਾ ਤਾਂ ਰਹਿਣ ਲਈ ਸਿਰ ਤੇ ਛੱਤ ਹੈ, ਨਾ ਹੀ ਪੜੋਲੀ ਵਿੱਚ ਦਾਣੇ। ਗਰੀਬੀ ਕਾਰਨ ਦੁੱਖਾਂ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਇਆ ਪਿਆ ਹੈ ਇਹ ਪਰਿਵਾਰ। ਇਸ ਮੌਕੇ ਤੇ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਸ ਘਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ। ਜੋ ਵੀ ਇਸ ਪਰਿਵਾਰ ਦੀ ਹਾਲਤ ਦੇਖਦਾ ਹੈ ਉਸ ਦਾ ਸੀਨਾ ਚੀਰਿਆ ਜਾਂਦਾ ਹੈ, ਕਿਉਂਕਿ ਇਸ ਪਰਿਵਾਰ ਦੇ ਮੁਖੀ ਨੂੰ ਰੱਬ ਨੇ ਗਰੀਬੀ ਤਾਂ ਦਿੱਤੀ ਹੀ ਹੈ, ਨਾਲ ਹੀ ਉਸ ਦੀ ਝੋਲੀ 2 ਧੀਆਂ ਦੇ ਨਾਲ 2 ਬਿਮਾਰੀਆਂ ਵੀ ਦੇ ਦਿੱਤੀਆਂ, ਕਿਉਂਕਿ ਉਹ ਨਾ ਤਾਂ ਸੁਣ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ ਹੈ। ਉੱਪਰੋਂ ਉਸ ਦੀ ਪਤਨੀ ਵੀ ਅਪਾਹਿਜ ਹੈ, ਜੋ ਅਧਰੰਗ ਦੇ ਕਾਰਨ ਤੁਰ ਫਿਰ ਨਹੀਂ ਸਕਦੀ। 2 ਲੜਕੀਆਂ ਨੇ, ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀਆਂ ਨੇ। ਉਹਨਾਂ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ NRI ਵੀਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਘਰ ਦੀ ਗਰੀਬੀ ਦੇਖ ਕੇ ਪੜ੍ਹੇ ਨਹੀਂ, ਮਾਪਿਓ ਕੋ ਪੜਾਇਆ ਨਹੀਂ ਗਿਆ। ਅੱਛਾ, ਹੁਣ ਹਾਲਾਤ ਕਿਹੋ ਜਿਹੇ ਨੇ ਤੁਹਾਡੇ? ਬਹੁਤ ਮਾੜੇ ਆ, ਕਾਫੀ ਟਾਈਮ ਤੋਂ ਬਹੁਤ ਮਾੜੇ ਚੱਲਦੇ ਪਏ ਆ ਹਾਲਾਤ ਸਾਡੇ। ਹੁਣ ਕਿਸ ਤਰ੍ਹਾਂ ਤੁਸੀਂ ਗੁਜ਼ਾਰਾ ਕਰ ਰਹੇ ਹੋ ਘਰ ਦੇ ਵਿੱਚ ਰਹਿ ਕੇ? ਕੀ ਸਰਕਾਰਾਂ ਤੋਂ ਕੀ ਉਮੀਦਾਂ ਲਾ ਕੇ ਬੈਠੇ? ਸਰਕਾਰ ਤੋਂ ਇਹ ਮੰਗਦੇ ਆ ਸਾਡਾ ਘਰ ਬਾਹਰ ਬਣਾ ਦੇਣ। ਅੱਜ 5 ਦਿਨ ਹੋ ਗਏ ਕਮਰੇ ਡਿੱਗੇ ਨੂੰ, ਕਿਸੇ ਨੇ ਨਹੀਂ ਸੁਣੀ ਸਾਡੀ। ਹੁਣ ਤੁਸੀਂ ਕਿਸ ਤਰ੍ਹਾਂ ਰਹਿ ਰਹੇ ਹੋ ਬਾਹਰ? ਤੁਸੀਂ ਬਹੁਤ ਔਖੇ ਰਹਿ ਰਹੇ ਆ। ਨਹੀਂ, ਖੁੱਲੇ ਸਮਾਨ ਥੱਲੇ ਰਹਿ ਰਹੇ, ਕਿਸ ਤਰ੍ਹਾਂ ਰਹਿ ਰਹੇ ਹੋ? ਅਸੀਂ ਜੀ ਤੰਬੂ ਜਿਹਾ ਬਣਾਇਆ, ਇੱਥੇ ਰਹਿ ਰਹੇ ਆ। ਇਹ ਵੀ ਪਤਾ ਨਹੀਂ ਮੀਂਹ ਹਨੇਰੀ ਨਾਲ ਕਦੋਂ ਡਿੱਗ ਜਾਣਾ, ਇਸ ਹਿਸਾਬ ਨਾਲ ਸਾਡੀ ਮੌਤ ਵੀ ਹੋ ਸਕਦੀ ਆ। ਡੈਡੀ ਤੁਹਾਡੇ ਕੀ ਕਰਦੇ ਨੇ? ਗੁੰਗਾ ਜੀ ਡੈਡੀ ਸਾਡਾ, ਬ੍ਰਦਰ ਹੈ ਨਹੀਂਗਾ, ਭੈਣਾਂ ਹੀ ਆ 2। ਉਹ ਵੀ ਅਸੀਂ ਕੰਮਕਾਰ ਕਰਕੇ ਲੋਕਾਂ ਦਾ ਫਿਰ ਅਸੀਂ ਟਾਈਮ ਕਰਦੇ ਆ। ਬਹੁਤ ਹਾਲਾਤ ਮੰਦੇ ਆ, ਬਹੁਤ ਮਾੜੇ ਆ, ਕਾਫੀ ਟਾਈਮ ਤੋਂ ਹੀ ਸਾਡੇ ਹਾਲਾਤ ਮਾੜੇ। ਕਿਸ ਤਰ੍ਹਾਂ ਤੁਸੀਂ ਗੁਜ਼ਾਰਾ ਕਰਦੇ ਆ? ਮਤਲਬ ਘਰ ਦਾ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਤੁਹਾਡਾ? ਮੇਰਾ ਡੈਡੀ ਬੋਲਾ ਵਾ, ਉਹ ਕੰਮ ਨਹੀਂ ਕਰਦਾ, ਮਾੜਾ ਮੋਟਾ ਕਰ ਲੈਂਦਾ, ਗੂੰਗਾ ਵਾ, ਸੌਂਦਾ ਨਹੀਂ ਉਹਨੂੰ। ਅਸੀਂ ਦੋਨੇ ਭੈਣਾਂ ਵਾਂ ਤੇ ਅਸੀਂ ਕਿਸੇ ਦਾ ਕੰਮ ਕਰਕੇ ਨਾਲੇ ਮਾਪਿਆਂ ਨੂੰ ਲੈ ਕੇ ਦਿੰਦੀਆਂ, ਨਾਲੇ ਅਸੀਂ ਆਪ ਟਾਈਮ ਸਾਰਦੀਆਂ ਘਰ ਦਾ। ਅੱਛਾ, ਹੁਣ ਕਿਸ ਤਰ੍ਹਾਂ ਰਹਿ ਰਹੇ ਹੋ ਤੁਸੀਂ? ਘਰ ਦੇ ਵਿੱਚ ਸਮਾਨ ਬਾਹਰ ਰੱਖਿਆ ਹੈ? ਸਮਾਨ ਬਾਹਰ ਪਿਆ ਵਾ ਤੇ ਕਮਰਾ ਸਾਡਾ ਡਿੱਗਿਆ ਵਾ। ਸਰਕਾਰਾਂ ਕੋਈ ਤੁਹਾਡੇ ਵੱਲੋਂ ਕੋਈ? ਸਰਕਾਰ ਨੇ ਕਿਸੇ ਨੇ ਨਹੀਂ ਸੁਣੀ ਸਾਡੀ ਅਜੇ। ਵੋਟਾਂ ਦੇ ਟਾਈਮ ਤੁਹਾਡੇ ਕੋਲ? ਵੋਟਾਂ ਦੇ ਟਾਈਮ ਵੇਲੇ ਸਾਡੇ ਘਰੇ ਆ ਜਾਂਦੇ ਆ, ਉਦੋਂ ਕਹਿ ਦਿੰਦੇ ਆ ਤੁਹਾਡਾ ਕਮਰਾ ਪਾ ਦਾਂਗੇ, ਆਹ ਕਰ ਦਾਂਗੇ, ਪਰ ਬਾਅਦ 'ਚ ਕੁਛ ਨਹੀਂ ਕਰਦੇ, ਵੋਟਾਂ ਲੈ ਕੇ ਚਲ ਜਾਂਦੇ ਆ। ਕੋਈ ਸਰਕਾਰ ਫਰਿਆਦ ਨਹੀਂ ਸੁਣਦੀ ਤੁਹਾਡੀ? ਨਹੀਂ। ਕੋਈ ਸਰਕਾਰੀ ਦੁਆਰੇ ਗਏ ਕਿਸੇ ਦੇ? ਨਹੀਂ, ਹਜੇ ਨਹੀਂ ਹੈ। ਨਹੀਂ, ਕੋਈ ਫਰਿਆਦ ਨਹੀਂ ਸੁਣਦਾ ਕਿਸੇ ਦੀ? ਨਹੀਂ, ਕਿਸੇ ਨੇ ਕੋਈ ਨਹੀਂ ਸੁਣਦਾ। ਹੁਣ ਕੀ ਕਹਿਣਾ ਚਾਹਤਾ? ਉਮੀਦ ਹੈ ਕੋਈ? ਹਾਂਜੀ, ਅਸੀਂ ਸਰਕਾਰ ਤੋਂ ਇਹ ਚਾਹੁੰਦੇ ਆ ਕਿ ਸਾਡਾ ਘਰ ਪਵਾ ਦੇ, ਕਮਰਾ ਪਵਾ ਦੇ। ਲੈਟਰਿੰਗ ਹੈ ਨਹੀਂ, ਬਾਥਰੂਮ ਆਉਣ ਵਾਲੀਆਂ ਖੁੱਲੇ ਸਮਾਨ ਦੇ ਥੱਲੇ ਜਿਹੜਾ ਤੁਹਾਡਾ ਹਾਂਜੀ ਸਮਾਨ ਜਿਹੜਾ ਖੁੱਲਾ ਪਿਆ ਹੈ, ਕਿਸ ਤਰ੍ਹਾਂ ਦੇ ਹਾਲਾਤ ਨੇ? ਬਹੁਤ ਮੰਦੇ ਹਾਲਾਤ ਆ। ਮਤਲਬ ਜਿਹੜਾ ਸਮਾਨ ਤੁਹਾਡਾ ਖੁੱਲਾ ਪਿਆ ਬਾਹਰ ਇਸ ਟਾਈਮ, ਜੇ ਬਰਸਾਤਾਂ ਆ ਜਾਣ ਤਾਂ ਕਿੱਥੇ ਰੱਖੋ? ਕੀ ਕਰੋਗੇ ਤੁਸੀਂ? ਕਿਸ ਤਰ੍ਹਾਂ ਗੁਜ਼ਾਰਾ ਕਰੋਗੇ? ਅਸੀਂ ਗੁਜ਼ਾਰਾ ਇਸ ਤਰ੍ਹਾਂ ਹੀ ਕਰ ਲਾਂਗੇ, ਕੋਈ ਨਹੀਂ ਸਾਡੀ ਸੁਣਦਾ। ਜੇ ਛੇਤੀ ਤੋਂ ਛੇਤੀ ਸਾਡੀ ਸੁਣ ਲੇ ਕੋਈ, ਧੰਨਵਾਦ ਹੋਵੇ ਉਹਨਾਂ ਦਾ। ਪਿੰਡ ਸ਼ਹਿਜ਼ਾਦੀ ਦੇ ਵਿੱਚ ਤੁਸੀਂ ਆਪਣੇ ਟੁੱਟੇ ਮਕਾਨ ਥੱਲੇ ਕਿਵੇਂ ਰਹਿ ਰਹੇ? ਕਿਸ ਤਰ੍ਹਾਂ ਇਸ ਤਰ੍ਹਾਂ ਬੈਠੇ ਆ, 2 ਗੁੱਡੀਆਂ ਬਾਈ ਜੀ। ਹਾਂਜੀ। ਘਰ ਵਾਲਾ ਗੁੰਗਾ ਬੋਲਾ, ਸੌਂਦਾ ਨਹੀਂ ਆ। ਅੱਜ 5 ਦਿਨ ਹੋ ਗਏ ਕੋਠੇ ਡਿੱਗੇ ਨੂੰ। ਕਿੰਨੀ ਦੇਰ ਹੋ ਗਈ? ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਵਿੱਚ? ਬਹੁਤ ਜ਼ਿਆਦਾ ਹਾਲਾਤ ਮਾੜੀ ਬਾਈ ਜੀ, ਬਹੁਤ ਭਾਜੀ ਹਾਲਾਤ ਮਾੜੀ ਸਾਡੀ, ਕੋਈ ਨਹੀਂ ਸੌਂਦਾ। ਆਪ ਹੀ ਬੱਜਾ ਲਿਆਂ 2 ਗੁੱਡੀਆਂ ਲੈ ਕੇ ਬੈਠੇ ਆ, ਧੁੱਪੇ ਬੈਠੇ ਆ। ਕੋਈ ਸਰਕਾਰ ਦੇ ਦੁਆਰੇ ਗਏ ਤੁਸੀਂ? ਫਰਿਆਦ ਕੀਤੀ ਕਿਸੇ ਨੇ? ਬਾਈ ਇੱਥੋਂ ਵੇਖੀ ਜਾਂਦੇ ਸਾਰੇ। ਹੁਣ ਅਸੀਂ ਸਰਕਾਰ ਕੋਲ ਮੰਗਦੇ, ਸਾਡੀ ਸੁਣੋ। ਲੂਲੇ ਪਿੰਗਲੇ ਹੈਗੇ ਆ ਨਾ, ਅਸੀਂ ਕੁਛ ਕਰਨ ਜੋਗੇ। ਦੋਵੇਂ ਜੀ ਗੁੱਡੀਆਂ 2 ਆ ਲੈ ਕੇ ਬੈਠੇ ਆ ਧੁੱਪੇ ਵਿਚਾਰੀਆਂ। ਤੇ ਕੋਈ ਲੜਕਾ ਨਹੀਂ ਤੁਹਾਡਾ? ਬਿਲਕੁਲ ਨਾ, ਲੜਕਾ ਹੈ ਨਹੀਂਗਾ। ਤੁਸੀਂ ਅਪਾਹਜ ਹੋ ਬਿਲਕੁਲ? ਹਾਂਜੀ। ਹਾਂਜੀ, ਕੰਮ ਨਹੀਂ ਕਰ ਸਕਦੇ? ਨਾ, ਜਮਾ ਨਹੀਂ ਕੰਮ ਕਰਦੀ, ਕੋਲੇ ਚੱਕ ਕੇ ਉੱਥੇ ਨਹੀਂ ਹੋ ਸਕਦੀ। ਤੇ ਲੜਕੀਆਂ ਘਰ ਦਾ ਕੰਮ ਕਰਕੇ ਗੁਜ਼ਾਰਾ ਚਲਾਉਂਦੀ? ਕਿਸ ਤਰ੍ਹਾਂ ਚਲਾਉਂਦੀ? ਇਹ ਵਿਚਾਰੀਆਂ ਘਰ ਦਾ ਵੀ ਕਰ ਲੈਂਦੀਆਂ, ਮਾੜਾ ਮੋਟਾ ਲੋਕਾਂ ਦਾ ਕੰਮ ਕਾਰ ਕਰਕੇ, ਕਿਹਦਾ ਝਾੜੂ ਪੋਚਾ ਲਾ ਕੇ ਆਪਦੀ ਰੋਟੀ ਮੈਨੂੰ ਵੀ ਮਾਂ ਪਿਓ ਨੂੰ ਵੀ ਖਵਾਉਂਦੀਆਂ ਤੇ ਆਪ ਵੀ ਖਾਂਦੀਆਂ। ਪੜ੍ਹੀਆਂ ਨਹੀਂ ਜਾਂ ਪੜਾਇਆ ਨਹੀਂ ਤੁਸੀਂ? ਨਹੀਂ ਬਾਈ ਜੀ, ਗਰੀਬੀ ਬਹੁਤ, ਨਹੀਂ ਪੜਾ ਸਕੇ ਇਹਨਾਂ ਦੀ ਜ਼ਿੰਦਗੀ ਚੱਲ। ਸਰਕਾਰ ਤਾਂ ਬੜੇ ਦਾਅਵੇ ਕਰਦੀ ਹੈ, ਬੜੇ ਦਾਅਵੇ ਕੀਤੇ ਸਰਕਾਰ ਨੇ। ਹਾਂ, ਸਰਕਾਰ ਨੇ ਬਹੁਤ ਦਾਅਵੇ ਕੀਤੇ, ਪਰ ਸਾਡਾ ਦਾਅਵਾ ਕੋਈ ਪੂਰਾ ਨਹੀਂ ਹੋਇਆ। ਬਹੁਤ ਕਹਿੰਦੇ ਰਹੇ ਕੋਠਾ ਪਾ ਕੇ ਦੇਵਾਂਗੇ, ਖੀਰ ਦੀ ਬਾਕੀ ਕੋਠਾ ਸਾਡਾ ਡਿੱਗ ਗਿਆ ਬਾਜੀ। ਹੁਣ ਤੁਸੀਂ ਜਿਹੜਾ ਬਰਸਾਤਾਂ ਆ ਰਹੀਆਂ ਨੇ, ਕਿਸ ਤਰ੍ਹਾਂ ਗੁਜ਼ਾਰਾ ਕਰੋਗੇ? ਬਹੁਤ ਜ਼ਿਆਦਾ ਔਖਾ ਬਾਜੀ, ਬਹੁਤ ਜ਼ਿਆਦਾ ਔਖਾ। ਤੁਹਾਡੀ ਮਤਲਬ ਕਿਸ ਤਰ੍ਹਾਂ? ਸਾਡੀ ਹੋ ਸਕਦਾ ਪਿਆ ਸਾਹਿਬ, ਤੇ ਮੌਤ ਵੀ ਹੋ ਸਕਦੀ ਸਾਡੀ। ਆ ਵੇਖ ਲੋ, ਨਿੱਕੀਆਂ ਨਿੱਕੀਆਂ ਗੁੱਡੀਆਂ ਲੈ ਕੇ ਮੈਂ ਵਿਚਾਰੀਆਂ ਬੈਠੇ ਹਾਂ। ਵੀ ਨਾਲੇ ਸਾਡਾ ਸਮਾਨ ਪਿਆ ਬਾਹਰ, ਇਹ ਧੁੱਪੇ ਸੇਕਣ ਦਾ ਆ। ਸਾਡੀ ਸਰਕਾਰ ਕੋਲ ਮੰਗ ਲੈਂਦੇ ਆ ਵੀ ਵੱਧ ਤੋਂ ਵੱਧ ਸਾਡੀ ਸਰਕਾਰ ਘਰ-ਬਾਰ ਭਰ ਦੇ, ਕਮਰਾ ਪਾ ਦੇ। ਸਰਕਾਰਾਂ ਕੋਈ ਨਹੀਂ ਸੁਣਦੀ? ਨਾ, ਕੋਈ ਸਰਕਾਰ ਨਹੀਂ ਸੁਣਦੀ। ਜਿੰਨਾ ਕਹਿ ਦਿੱਤਾ ਵੇਖੀ ਜਾਂਦੇ ਸਾਰੇ। ਅੱਜ 5 ਦਿਨ ਹੋ ਗਏ ਆ ਕੁੜੀਆਂ ਨੂੰ ਮੈਂ ਬੈਠੀ ਲੈ ਕੇ। ਉੱਤੋਂ ਬਾਰਿਸ਼ਾਂ ਦਾ ਉਮੀਦ ਹੈ, ਬਾਰਿਸ਼ਾਂ ਆਉਣ ਵਾਲੀਆਂ ਨੇ, ਕਿਸ ਤਰ੍ਹਾਂ ਗੁਜ਼ਾਰਾ ਕਰੋਗੇ? ਬਹੁਤ ਗੁਜ਼ਾਰਾ ਔਖਾ ਕਰਨਾ, ਬਹੁਤ ਜ਼ਿਆਦਾ ਔਖਾ ਹੋਏਗਾ।
ਘਰ ਵਾਲਾ ਗੁੰਗਾ ਬੋਲਾ ਸੌਂਦਾ ਨਹੀਂ ਆ, ਉਹ ਵੀ ਮਨ ਤੇ ਟੈਨਸ਼ਨ ਲਈ ਫਿਰਦਾ ਵੀ ਕੀ ਕਰਦਾ, ਕਿ ਉਹਨੇ ਦੁੱਖ ਸੁੱਖ ਦੱਸ ਹੀ ਨਹੀਂ ਸਕਦਾ, ਨਾ ਉਹ ਕਿਸੇ ਨੂੰ ਕਹਿ ਹੀ ਸਕਦਾ ਵੀ ਮੇਰੇ ਨਾਲ ਐ ਹੋਈ ਮੇਰੇ ਨਾਲ ਐ। ਹੁਣ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਇਸ ਪਰਿਵਾਰ ਦੀ ਮਦਦ ਕਰਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਹ ਪਰਿਵਾਰ ਦੁੱਖ ਭੋਗ ਰਿਹਾ ਹੈ। ਅਕਸਰ ਹੀ ਸਰਕਾਰਾਂ ਕਹਿੰਦੀਆਂ ਆ ਰਹੀਆਂ ਨੇ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਪਿੰਡਾਂ ਵਿੱਚ ਕਿਸੇ ਵੀ ਕਿਸਮ ਦੀ ਵਿਕਾਸ ਪੱਖੋਂ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਸਰਕਾਰ ਦੀ ਇਹ ਗੱਲ ਸੱਚ ਹੁੰਦੀ ਵੀ ਦਿਖਾਈ ਦੇ ਰਹੀ ਹੈ, ਜਿਸ ਦੀ ਮਿਸਾਲ ਹੈ ਹਲਕਾ ਪੱਟੀ ਦਾ ਪਿੰਡ ਕੋਟ ਬੁੱਢਾ। ਜੀ ਹਾਂ, ਇਸ ਪਿੰਡ ਵਿੱਚ ਸ਼ਹਿਰਾਂ ਵਰਗੀਆਂ ਹੀ ਸਹੂਲਤਾਂ ਨੇ, ਕਿਉਂਕਿ ਇਸ ਪਿੰਡ ਦੇ ਸਰਪੰਚ ਸ਼ੇਰ ਸਿੰਘ, ਜੋ ਕਿ ਆਪ ਇੱਕ ਮਿਹਨਤੀ ਕਿਸਾਨ ਹੋਣ ਦੇ ਨਾਲ-ਨਾਲ ਪਿੰਡ ਦੇ ਸਰਪੰਚ ਵੀ ਨੇ, ਜਿਨ੍ਹਾਂ ਦੀ ਸੋਚ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪਿੰਡ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਲੈ ਸਕਦੇ ਨੇ, ਕਿਉਂਕਿ ਸਰਪੰਚ ਸ਼ੇਰ ਸਿੰਘ ਦੀ ਮਿਹਨਤ ਸਦਕਾ ਪੂਰੇ ਪਿੰਡ ਕੋਟ ਬੁੱਢਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਕਰਦੇ ਹੋਏ ਸੀਵਰੇਜ ਸਿਸਟਮ ਪਾਇਆ ਜਾ ਰਿਹਾ ਹੈ। ਪਿੰਡ ਵਿੱਚ ਵਾਟਰ ਸਪਲਾਈ ਦੇ ਨਾਲ-ਨਾਲ ਆਰਓ ਸਿਸਟਮ ਵੀ ਲੱਗਿਆ ਹੋਇਆ ਹੈ, ਉਸ ਦੇ ਕਨੈਕਸ਼ਨ ਕਰ ਦਿੱਤੇ ਜਾ ਚੁੱਕੇ ਨੇ, ਜਿਸ ਨਾਲ ਲੋਕਾਂ ਨੂੰ ਸ਼ੁੱਧ ਅਤੇ ਸਾਫ਼ ਪਾਣੀ ਘਰਾਂ ਵਿੱਚ ਮਿਲ ਰਿਹਾ ਹੈ। ਇੱਥੋਂ ਤੱਕ ਕਿ ਪਿੰਡ ਦਾ ਜੋ ਸਰਕਾਰੀ ਸਕੂਲ ਹੈ ਉਹ ਕਿਸੇ ਪ੍ਰਾਈਵੇਟ ਵੱਡੇ ਸਕੂਲ ਨਾਲੋਂ ਘੱਟ ਨਹੀਂ ਹੈ, ਕਿਉਂਕਿ ਸਕੂਲ ਦੀ ਬਿਲਡਿੰਗ ਦੀ ਸੁੰਦਰਤਾ ਵੇਖ ਕੇ ਬੱਚੇ ਖੁਸ਼ੀ-ਖੁਸ਼ੀ ਇਸ ਸਕੂਲ ਵਿੱਚ ਪੜ੍ਹਨ ਲਈ ਆਉਂਦੇ ਨੇ। ਦੇਖੋ ਪਿੰਡ ਦੀਆਂ ਇਹ ਤਸਵੀਰਾਂ ਅਤੇ ਨਾਲ ਹੀ ਲੋਕਾਂ ਤੋਂ ਜਾਣੋ ਕੀ ਕਹਿਣਾ ਹੈ। ਹਾਂਜੀ, ਮੈਂ ਧੰਨਵਾਦ ਕਰਦਾ ਵਾਂ ਮੀਡੀਆ ਵਾਲਿਆਂ ਦਾ, ਪੱਤਰਕਾਰ ਮੇਰੇ ਵੀਰ ਬਲਜੀਤ ਸਿੰਘ ਦਾ, ਜਿਨ੍ਹਾਂ ਨੇ ਆਣ ਕੇ ਸਾਡੇ ਜਿਹੜੀ ਪਿੰਡ ਦੀ ਗੱਲ ਆ ਇਹਨੂੰ ਦੁਨੀਆ ਲੈਵਲ ਤੱਕ ਪਹੁੰਚਾਉਣ ਦੀ ਇਹ ਕੀਤੀ ਹੈ। ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਜਿਹੜੇ ਕੰਮ ਇਹਨਾਂ ਬਾਰੇ ਜਾਣਕਾਰੀ ਕਹਿਣ ਦੇ ਸੀ, ਮੈਂ ਸਭ ਤੋਂ ਵੱਧ ਧੰਨਵਾਦ ਪੰਜਾਬ ਸਰਕਾਰ ਦੇ ਕੈਪਟਨ ਸਾਹਿਬ, ਉਸ ਤੋਂ ਬਾਅਦ ਐਮਐਲਏ ਜਿਹੜੇ ਸਾਡੇ, ਜਿਨ੍ਹਾਂ ਦਾ ਬਹੁਤ ਰਮਿੰਦਰ ਸਿੰਘ ਜੀ ਗਿੱਲ, ਜਿਨ੍ਹਾਂ ਨੇ ਜਦੋਂ ਤੋਂ ਮੈਂ ਸਰਪੰਚ ਬਣਿਆ ਉਦੋਂ ਤੋਂ ਲੈ ਕੇ ਸਭ ਤੋਂ ਪਹਿਲਾਂ ਵਾਟਰ ਸਪਲਾਈ ਦਾ ਸਾਡੇ 'ਚ ਸਕੀਮ ਆਈ, ਜਿਹਦੇ ਵਿੱਚ 350 ਕਨੈਕਸ਼ਨ ਅਸੀਂ ਫ੍ਰੀ ਲੋਕਾਂ ਨੂੰ, ਗਰੀਬਾਂ ਨੂੰ ਵੀ ਦਿੱਤਾ। ਸਾਡੇ ਪਾਣੀ ਦੀ ਜਿਹੜੀ ਸੀ ਗਰੀਬਾਂ ਦੇ ਘਰਾਂ 'ਚ ਨਹੀਂ ਜਾਂਦਾ, ਉਹਨੂੰ 2 ਵੱਡੀਆਂ ਡਬਲ ਲੈਣਾ ਕਰਕੇ ਉਹਨਾਂ ਨੂੰ ਦਿੱਤਾ। ਸਾਡਾ ਸਕੂਲ ਆ ਜਿਹੜਾ ਪਾਣੀ ਆ, ਹਾਂਜੀ, ਇਹ ਆਰਓ ਦਾ ਪਾਣੀ ਹੈ ਕਿ ਦੂਸਰਾ? ਇਹ ਪਾਣੀ ਆਰਓ ਦਾ ਜੀ, ਜਿਹੜਾ ਤੁਹਾਡੇ ਸਾਹਮਣੇ ਆ, ਇਹ ਕੋਈ ਦਿਸ ਰਿਹਾ ਹੈ, ਇਹ ਆਰਓ ਦਾ ਪਾਣੀ ਸਾਰਾ ਫਿਲਟਰ ਹੋ ਕੇ ਪਾਣੀ ਸਾਰੇ ਘਰਾਂ ਦੇ ਵਿੱਚ ਜਾ ਰਿਹਾ। ਇਸ ਤੋਂ ਇਲਾਵਾ ਕਿਹੜੇ ਕੰਮ ਜਿਹੜੇ ਇਸ ਤੋਂ ਬਗੈਰ ਜੀ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਣਿਆ, ਜਿਹਦੀ ਦੇਖਾ ਤੁਸੀਂ ਕਿਤੇ ਫੋਟੋਆਂ ਦੇ ਰਾਹੀਂ ਜਾਂ ਕੈਮਰਿਆਂ ਦੇ ਰਾਹੀਂ ਦਰਸਾਓਗੇ। ਉਸ ਤੋਂ ਬਾਅਦ ਜੀ ਮੈਂ ਆਪਣੇ ਪਿੰਡ ਦੇ ਵਿੱਚ ਜਿਹੜਾ ਸੀਵਰੇਜ ਦਾ ਕੰਮ ਹੈ ਉਹ ਸ਼ੁਰੂ ਕੀਤਾ, ਜਿਹੜਾ ਤੁਸੀਂ ਦੇਖ ਰਹੇ ਜੇ, ਉਹਦੀ ਸ਼ੁਰੂਆਤ ਹੋ ਰਹੀ ਆ। ਤੇ ਇਸੇ ਤਰ੍ਹਾਂ ਸਾਡੇ ਸੁਵਿਧਾ ਸੈਂਟਰ ਦਾ ਹੁਣ ਅਸੀਂ ਜਿਹੜਾ ਉਹ ਸਾਡਾ ਸ਼ੁਰੂਆਤ ਹੋਣ ਵਾਲੀ ਆ। ਪਰਸੋਂ ਮੈਂ ਡੀਸੀ ਸਾਹਿਬ ਨਾਲ ਮਿਲ ਕੇ ਆਇਆ, ਗਿੱਲ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ ਸੀ ਤੇ ਸਾਡੇ 15 ਪਿੰਡਾਂ ਦੀ ਇੱਕ ਬੜੀ ਤਕੜੀ ਮੰਗ ਸੀ ਕਿ ਸੁਵਿਧਾ ਸੈਂਟਰ ਜਿਹੜਾ ਸਾਡੇ ਖੁੱਲ੍ਹ ਜੇ, ਜਿਹਦੀਆਂ ਸਾਰੀਆਂ ਗੱਲਾਂ ਪੂਰੀਆਂ ਹੋ ਚੁੱਕੀਆਂ। ਉਹ ਸਾਡਾ ਬਿਜਲੀ ਦਾ ਕਨੈਕਸ਼ਨ ਦੀ ਥੋੜੀ ਜਿਹੀ ਰੁਕਾਵਟ ਉਹਦਾ ਕਰ ਸੁਵਿਧਾ ਸੈਂਟਰ ਮਿਲ ਜੂ। ਇਸ ਤੋਂ ਬਾਅਦ ਜੀ ਸਾਡੇ ਪੰਚਾਇਤ ਘਰ ਬਣਨ ਲਈ 40 ਲੱਖ ਰੁਪਈਆ ਗਿੱਲ ਸਾਹਿਬ ਕਹਿ ਕੇ ਗਏ ਨੇ, ਜਿਸ ਤਰ੍ਹਾਂ ਪਿੰਡ ਸਭਰਾ, ਵੱਡੇ ਵੱਡੇ ਪਿੰਡ ਟੋਟੀਆਂ ਦੇ ਵਿੱਚ ਸ਼ੁਰੂ ਕੀਤਾ, ਉਹ 40 ਲੱਖ ਰੁਪਏ ਦੇ ਹਿਸਾਬ ਦੇ ਨਾਲ ਅਸੀਂ ਪੰਚਾਇਤ ਘਰ ਵੀ ਬਣਾ ਰਹੇ ਹਾਂ। ਇਸ ਤੋਂ ਬਗੈਰ ਪਈਆਂ ਦਾ ਕੰਮ ਹੈ ਉਹ ਜਿਹੜਾ ਉਹ ਸਾਡੇ ਗਿੱਲ ਸਾਹਿਬ ਕਹਿੰਦੇ ਵੀ ਉਹ ਵੀ ਸਾਡੇ ਹੀ ਸ਼ੁਰੂਆਤ ਕਰ ਰਹੇ ਹਾਂ। ਪਿੰਡ ਸੀ ਤੋਂ ਮੈਂ ਝੁੱਗੀਆਂ ਦਾ ਰਹਿਣ ਵਾਲਾ ਤੇ ਮੈਂ ਇੱਥੇ ਸਰਪੰਚ ਸਾਹਿਬ ਦੇ ਨਾਲ ਤਾਲਮੇਲ ਸਾਡੇ ਤੇ ਐਮਐਲਏ ਸਾਹਿਬ ਦੇ ਨਾਲ ਵੀ, ਕਿਉਂਕਿ ਸਾਡੇ ਐਮਐਲਏ ਸਾਹਿਬ ਵੀ ਬਹੁਤ ਸੂਝਵਾਨ ਤੇ ਮਤਲਬ ਕਿ ਇਸ ਚੀਜ਼ ਨੂੰ ਪਹਿਲਦਾਰ ਤੇ ਰੱਖਦੇ ਆ ਵੀ ਜਿਹੜੇ ਵੀ ਪਿਛਲੇ ਕੰਮ ਰੁਕੇ ਆ ਉਹ ਪਹਿਲਦਾਰ, ਕਿਉਂਕਿ ਸਾਡੇ ਇਲਾਕੇ ਦੇ ਵਿੱਚ ਕਾਫੀ ਚਿਰਾਂ ਤੋਂ ਸਾਰੇ ਕੰਮ ਹੀ ਲਟਕੇ ਪਏ ਸੀ ਤੇ ਜਦੋਂ ਦੇ ਸਰਦਾਰ ਐਮਐਲਏ ਸਾਹਿਬ ਗਿੱਲ ਸਾਹਿਬ ਬਣੇ ਆ, ਉਹਨਾਂ ਦਾ ਇੱਧਰ ਹੀ ਧਿਆਨ ਆ ਕਿ ਜਿਹੜੇ ਰੁਕੇ ਕੰਮ ਆ ਉਹ ਪਹਿਲਦਾਰ ਤੇ ਹੋਣ। ਇਹਨਾਂ ਦਾ ਵੀ ਬੜੇ ਚਿਰ ਤੋਂ ਪ੍ਰੋਜੈਕਟ ਜਿਹੜਾ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ ਕਿ ਪਾਣੀ ਦਾ ਵਿਕਾਸ ਜਿਹੜਾ ਸੀ ਉਹ ਨਹੀਂ ਹੋ ਰਿਹਾ ਠੀਕ ਤਰ੍ਹਾਂ ਦਾ, ਤੇ ਹੁਣ ਸਰਪੰਚ ਸਾਹਿਬ ਨੇ ਬੰਦਿਆਂ ਸਾਰੀ ਇਸ ਮੁੱਦੇ ਨੂੰ ਚੁੱਕਿਆ। ਇੱਕ ਤੇ ਵਾਟਰ ਸਪਲਾਈ ਜਿਹੜੀ ਸੀ ਇੱਥੋਂ ਦੀ ਉਹ ਬਹੁਤ ਮਾੜੀ ਹਾਲਾਤ ਦੇ ਵਿੱਚ ਸੀ, ਕਿਸੇ ਦੇ ਘਰ ਦੇ ਵਿੱਚ ਪਾਣੀ ਨਹੀਂ ਆ ਰਿਹਾ, ਉਹ ਵੀ ਸਰਪੰਚ ਸਾਹਿਬ ਨੇ ਪਹਿਲਦਾਰ ਤੇ ਪਹਿਲਾਂ ਠੀਕ ਕਰਾਈ ਆ। ਤੇ ਬਾਅਦ ਦੇ ਵਿੱਚ ਆ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੁਣ, ਇਹਦਾ ਪਾਣੀ ਦਾ ਵਿਕਾਸ ਵੀ ਜਿਹੜਾ ਵਾ ਇਹ ਵੀ ਬਾਹਰ ਛੱਪੜ ਪੰਚਾਇਤੀ ਪੈਲੀ ਦੇ ਵਿੱਚ ਬਣਾ ਕੇ ਤੇ ਸਾਰਾ ਪਿੰਡ ਦਾ ਰਿਸੀਵਰ ਪੈ ਕੇ ਉੱਥੇ ਪਾਣੀ ਦਾ ਵਿਕਾਸ ਲਿਜਾਇਆ ਜਾ ਰਿਹਾ ਵਾ। ਤੇ ਇਸ ਕਰਕੇ ਅਸੀਂ ਇਲਾਕੇ ਵੱਲੋਂ ਇਸ ਤਰ੍ਹਾਂ ਹੀ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਹੀ ਕੰਮ ਕਰੋ, ਕਿਉਂਕਿ ਲੋਕਾਂ ਦਾ ਤੁਹਾਨੂੰ ਸੰਯੋਗ ਮਿਲਦਾ ਰਹੇ ਤੇ ਸਾਡਾ ਵੀ ਹੌਸਲਾ ਅਫਜ਼ਾਈ ਹੁੰਦੀ ਰਹੇ। ਸਾਡੇ ਕੋਲ ਇਸ ਵੇਲੇ ਤਕਰੀਬਨ 600 ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ। 6ਵੀਂ ਤੋਂ 8ਵੀਂ ਤੱਕ ਬੱਚਿਆਂ ਨੂੰ ਮਿਡ ਡੇ ਮੀਲ ਦਿੱਤਾ ਜਾ ਰਿਹਾ, ਮੁਫਤ ਕਿਤਾਬਾਂ ਦਿੱਤੀਆਂ ਜਾ ਰਹੀਆਂ ਬੱਚਿਆਂ ਨੂੰ। ਤੇ ਸਾਡਾ ਜਿਹੜਾ ਪਿਛਲੇ ਸਾਲਾਂ ਦਾ ਜਿਹੜਾ ਨਤੀਜਾ ਬੱਚਿਆਂ ਦਾ 100% ਆ। ਖੇਡਾਂ ਦੇ ਵਿੱਚੋਂ ਵੀ ਬੱਚਿਆਂ ਨੇ ਵਧੀਆ ਪ੍ਰਾਪਤੀਆਂ ਕੀਤੀਆਂ। ਪਿਛਲੀ ਵਾਰ ਸਾਡੇ ਬੱਚੇ ਜਿਹੜੇ ਰੱਸਾਕਸ਼ੀ ਦੇ ਵਿੱਚੋਂ ਨੈਸ਼ਨਲ ਲੈਵਲ ਤੱਕ ਖੇਡ ਕੇ ਆਏ ਸਾਡੇ ਬੱਚੇ। ਪਹਿਲਾ ਸਥਾਨ ਉਹਨਾਂ ਨੇ ਪ੍ਰਾਪਤ ਕੀਤਾ ਹੈ ਬੱਚਿਆਂ ਨੇ। ਸਕੂਲ ਦੀ ਬਿਲਡਿੰਗ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਬਣੀ ਹੋਈ ਹੈ? ਬੱਚਿਆਂ ਵਾਸਤੇ ਬਿਲਡਿੰਗ ਜਿਹੜਾ ਸਾਡੇ ਕੋਲ ਇੱਕ ਸੈਕਸ਼ਨ ਵਾਸਤੇ ਆਪਾਂ ਕਹਿ ਲਈਏ ਸਫੀਸ਼ੀਐਂਟ ਆ।
ਤੇ ਜੇ ਇਹ ਸਾਡੇ ਕੋਲ ਬੱਚਿਆਂ ਦੀ ਗਿਣਤੀ ਦੇ ਮੁਤਾਬਕ ਸਾਡੇ ਕੋਲ ਬਿਲਡਿੰਗ ਘੱਟ ਹੈ, ਜੇ ਹੋਰ ਵੀ ਸਾਨੂੰ ਕਮਰਿਆਂ ਦੀ ਜ਼ਰੂਰਤ ਹੈ। ਸਰਪੰਚ ਸਾਹਿਬ ਦੇ ਸਹਿਯੋਗ ਨਾਲ ਅਸੀਂ ਕਰ ਰਹੇ ਹਾਂ ਉਪਰਾਲੇ। ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਸਾਨੂੰ ਇੱਥੇ ਹੋਰ ਕਮਰੇ ਦਵਾਏ ਜਾਣ। ਟੀਚਰ ਵੀ ਪੂਰੇ ਕੀਤੇ। ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਸਾਡੇ ਕੋਲ ਸਟਾਫ ਪੂਰਾ ਵਾ, ਬਹੁਤ ਵਧੀਆ ਪੜ੍ਹਾਈ ਹੋ ਰਹੀ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਤਰੀਕੇ ਨਾਲ। ਇਹਨਾਂ ਸਾਰੀਆਂ ਗੱਲਾਂ ਦਾ ਕਰਕੇ ਹੁਣ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਾਡੇ ਕੋਲ ਆ ਰਹੇ ਆ। ਗਿਣਤੀ ਦੇ ਵਿੱਚ ਸਾਡੇ 25% ਤੱਕ ਵਾਧਾ ਹੋਇਆ ਬੱਚਿਆਂ ਦੀ ਗਿਣਤੀ ਦੇ ਵਿੱਚ। ਇਹ ਸਾਰੀਆਂ ਸਹੂਲਤਾਂ ਹੋਣ ਕਾਰਨ ਤਾਂ ਹੀ ਸਾਰਾ ਕੁਝ ਵਾਧਾ ਹੋ ਰਿਹਾ। ਸਕੂਲ ਪ੍ਰਤੀ ਕੀ ਮੰਗ ਕਰਦੇ ਸਰਕਾਰ ਤੋਂ? ਬਾਕੀ ਸਾਰਾ ਕੰਮ ਤਾਂ ਚੱਲਦਾ ਪਿਆ। ਅਸੀਂ ਤਾਂ ਮੰਗ ਕਰਦੇ ਹਾਂ ਸਾਡੇ ਕੋਲ ਜਿਹੜੇ ਕਮਰੇ ਨੇ ਹੋਰ ਵਧਾਏ ਜਾਣ, ਕਿਉਂਕਿ ਬੱਚਿਆਂ ਤੋਂ ਜਿਹੜਾ ਅਸੀਂ ਇਹਨਾਂ ਨੂੰ ਗਿਣਤੀ ਦੇ ਅਕੋਰਡਿੰਗ ਜਿਹੜੇ ਇਹਨਾਂ ਦੇ ਸੈਕਸ਼ਨ ਬੱਚਿਆਂ ਦੇ ਹੋਰ ਬਣ ਸਕਣ, ਹੋਰ ਅਸੀਂ ਗਿਣਤੀ ਦੇ ਵਿੱਚ ਵਾਧਾ ਕਰ ਸਕੀਏ। ਇੱਕ ਸਟੇਡੀਅਮ ਦਾ ਸਾਡੇ ਇੱਥੇ ਮੰਗ ਚੱਲਦੀ ਪਈ ਕਿ ਬੱਚਿਆਂ ਦਾ ਜਿਹੜਾ ਵਧੀਆ ਬੱਚਿਆਂ ਦੇ ਵਿੱਚ ਉਤਸ਼ਾਹ ਹੈਗਾ ਵਾ, ਤੇ ਗਰਾਊਂਡ ਸਾਡੇ ਕੋਲ ਹੈਗੀ ਆ। ਇਸੇ ਗਰਾਊਂਡ ਦਾ ਜੇ ਵਰਤੋਂ ਕਰਕੇ ਵਧੀਆ ਸੱਜੇ ਤਰੀਕੇ ਨਾਲ ਸਟੇਡੀਅਮ ਬਣ ਜੇ, ਬੱਚੇ ਸਾਡੇ ਹੋਰ ਵੀ ਖੇਡਾਂ ਦੇ ਵਿੱਚ ਪ੍ਰਾਪਤੀਆਂ ਕਰ ਸਕਦੇ। ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਅਹਿਮ ਸੁਰਖੀਆਂ ਤੇ। ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸਿਆਸਤ ਗਰਮਾਈ। ਭਗਵੰਤ ਮਾਨ ਨੇ ਹਰਸਿਮਰਤ ਬਾਦਲ ਅਤੇ ਮਜੀਠੀਆ ਤੇ ਕੀਤੇ ਸ਼ਬਦੀ ਵਾਰ। ਉੱਥੇ ਹੀ ਮਜੀਠੀਆ ਨੇ ਹਾਸੋਹੀਣ ਤਰੀਕੇ ਨਾਲ ਭਗਵੰਤ ਮਾਨ ਤੇ ਕੀਤੀ ਟਿੱਪਣੀ। ਤਰਨਤਾਰਨ ਦੇ ਪਿੰਡ ਮਲੀਆ ਵਿੱਚ ਮਿਲਿਆ ਬੰਬ, ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ। ਬਿਜਲੀ ਦਾ ਕਰੰਟ ਲੱਗਣ ਨਾਲ ਪਿਓ ਪੁੱਤ ਦੀ ਮੌਤ। ਬਾਰਿਸ਼ ਦੇ ਪਾਣੀ 'ਚ ਸੀ ਬਿਜਲੀ ਦਾ ਕਰੰਟ। ਅਤੇ ਪੁਲਿਸ ਥਾਣਾ ਲੋਪੋਕੇ ਨੂੰ ਮਿਲੀ ਵੱਡੀ ਕਾਮਯਾਬੀ। 4 ਨੌਜਵਾਨਾਂ ਨੂੰ 7000 ਨਸ਼ੀਲੀ ਗੋਲੀਆਂ ਸਮੇਤ ਕੀਤਾ ਕਾਬੂ। ਅੱਜ ਦੇ ਇਸ ਖਾਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਫਿਰ ਤੋਂ ਹਾਜ਼ਰ ਹੋਵਾਂਗੇ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਦੇ ਨਾਲ। ਤਦ ਤੱਕ ਲਈ ਮੈਨੂੰ ਯਾਨੀ ਕਿ ਰਿੰਕੂ ਚੌਧਰੀ ਨੂੰ ਦਿਓ ਇਜਾਜ਼ਤ। ਧੰਨਵਾਦ। This show is sponsored by Ashoka Tandoori Range. Enjoy the Indian taste.